Psalms of Asaph series. ਅੱਜ 6ਵੇਂ ਐਪੀਸੋਡ ਵਿੱਚ ਅਸੀਂ Psalm 77 ਤੇ ਗੌਰ ਕਰਾਂਗੇ। ਮੈਂ ਤੁਹਾਡੇ ਸਾਰਿਆਂ ਦਾ ਸ਼ੁਕਰ ਕਰਦੀ ਹਾਂ ਜੋ ਤੁਸੀਂ ਸਮੇਂ ਕੱਢ ਕੇ ਸਾਡੇ ਐਪੀਸੋਡਸ ਨੂੰ ਦੇਖਦੇ ਤਾਂ ਸਾਡੇ ਨਾਲ ਇੰਗੇਜ ਕਰਦੇ ਆ। ਅਸੀਂ ਤੁਹਾਨੂੰ ਇਨਵਾਈਟ ਕਰਦੇ ਕਿ ਤੁਸੀਂ ਆਪਣੇ ਸਵਾਲ ਆਪਣੇ ਕਮੈਂਟਰੀ ਸਾਡੇ ਨਾਲ ਸ਼ੇਅਰ ਕਰੋ ਕਮੈਂਟ ਬਾਕਸ ਦੇ ਵਿੱਚ। ਸਾਡੇ ਵਿੱਚ ਅੱਜ ਆਂਟੀ ਜੋਤੀ, ਆਂਟੀ ਸਿੰਬਲ ਤੇ ਅੰਕਲ ਜੋਸ਼ੂਆ ਸਕ੍ਰਿਪਚਰ ਪੜ੍ਹਨਗੇ ਤੇ ਪਾਸਟਰ ਐਰਿਕ ਇਹਨਾਂ ਤੇ ਰਿਫਲੈਕਸ਼ਨ ਦੇਣਗੇ। ਇਸ ਤੋਂ ਪਹਿਲਾਂ ਕਿ ਅਸੀਂ ਅੱਜ ਦੀ ਸਕ੍ਰਿਪਚਰ ਰੀਡਿੰਗ ਵਿੱਚ ਚਲੀਏ, ਮੈਂ ਦਰਖਾਸਤ ਕਰਾਂਗੀ ਕਿ ਅੰਕਲ ਜੋਸ਼ੂਆ ਸਾਨੂੰ ਦੁਆ ਵਿੱਚ ਲੈ ਕੇ ਜਾਣ। ਆਓ ਅਸੀਂ ਆਪਣੇ ਆਪ ਨੂੰ ਖੁਦਾ ਦੀ ਹਜ਼ੂਰੀ ਦੇ ਵਿੱਚ ਲੈ ਕੇ ਚੱਲੀਏ ਤੇ ਆਪਣੇ ਸਰਾਂ ਨੂੰ ਝੁਕਾਈਏ ਤੇ ਅੱਖਾਂ ਨੂੰ ਬੰਦ ਕਰੀਏ ਤੇ ਆਪਣੇ ਆਪ ਨੂੰ ਆਪਣੇ ਜ਼ਿੰਦਾ ਖੁਦਾ ਦੇ ਹੱਥਾਂ ਦੇ ਵਿੱਚ ਸਪੁਰਦ ਕਰੀਏ। ਖੁਦਾਵੰਦ ਤੇਰਾ ਸ਼ੁਕਰ ਕਰਦੇ ਹਾਂ ਤੇਰੇ ਬੇਟੇ ਦੇ ਲਈ ਜਿਸ ਨੂੰ ਤੂੰ ਸਾਡੇ ਸਭ ਦੇ ਲਈ ਦੇ ਦਿੱਤਾ, ਪਰ ਖਾਸ ਤੌਰ ਤੇ ਖੁਦਾਵੰਦ ਇਸ ਸਮੇਂ ਦੇ ਲਈ ਤੇਰਾ ਸ਼ੁਕਰ ਕਰਦੇ ਹਾਂ ਤੂੰ ਸਾਡੀ ਜ਼ਿੰਦਗੀ 'ਚ ਸਾਨੂੰ ਦਿੱਤਾ ਕਿ ਅਸੀਂ ਮਿਲ ਬੈਠ ਕੇ ਖੁਦਾਵੰਦ ਤੇਰੇ ਜ਼ਬੂਰਾਂ ਦੇ ਉੱਤੇ ਖੁਦਾਵੰਦ ਜੋ ਕੁਛ ਵੀ ਤੇਰੇ ਖਾਦਮ ਦੇ ਰਾਹੀਂ ਅਸੀਂ ਸੁਣੀਏ ਉਸਨੂੰ ਆਪਣੀ ਜ਼ਿੰਦਗੀ ਦੇ ਵਿੱਚ ਲੈ ਕੇ ਚੱਲਣ ਵਾਲੇ ਹੋਈਏ। ਜਦ ਕਿ ਖੁਦਾਵੰਦ Psalm 77 ਦੇ ਉੱਤੇ ਅਸੀਂ ਸਾਰੇ ਮਿਲ ਕੇ ਖੁਦਾਵੰਦ ਤੇਰੇ ਬੰਦੇ ਦੇ ਜ਼ਰੀਏ ਜੋ ਕੁਛ ਵੀ ਸਾਨੂੰ ਸਿਖਾਏ ਉਸਨੂੰ ਸੁਣੀਏ ਤੇ ਆਪਣੀ ਜ਼ਿੰਦਗੀ ਦੇ ਵਿੱਚ ਲੈ ਕੇ ਚੱਲਣ ਵਾਲੇ ਹੋਈਏ। ਬਾਕੀ ਦੇ तमाम ਸੁਣਨ ਵਾਲਿਆਂ ਨੂੰ ਖੁਦਾਵੰਦ ਤੂੰ ਉਹਨਾਂ ਨੂੰ ਵੀ ਬਰਕਤ ਦੇ ਤੇ ਉਹਨਾਂ ਦੇ ਨਾਲ ਹੋ। ਇਹ ਸਭ ਕੁਝ ਮੰਗਦੇ ਤੇਰੇ ਬੇਟੇ ਆਪਣੇ ਨਜਾਤ ਦਹਿੰਦਾ ਯਿਸੂ ਨਾਸਰੀ ਦੇ ਜਲਾਲੀ ਤੇ ਪੁੱਤਰ ਨਾਮ 'ਚ ਸੁਣ ਲੈ, ਆਮੀਨ। Amen. Thank you, Uncle Joshua. ਆਓ ਹੁਣ ਅਸੀਂ ਸਕ੍ਰਿਪਚਰ ਰੀਡਿੰਗ ਵਿੱਚ ਚੱਲਾਂਗੇ ਆਂਟੀ ਜੋਤੀ, ਆਂਟੀ ਸਿੰਬਲ ਤੇ ਅੰਕਲ ਜੋਸ਼ੂਆ ਦੇ ਨਾਲ। ਸਾਰਿਆਂ ਨੂੰ ਜੈ ਮਸੀਹ ਦੀ। ਜਿੰਨੇ ਵੀ ਸਾਡੇ ਭੈਣ ਭਰਾ ਇਸ ਵਕਤ ਸਾਨੂੰ ਆਨਲਾਈਨ ਦੇਖ ਰਹੇ ਹਨ, ਖੁਦਾਵੰਦ ਤੁਹਾਨੂੰ ਸਾਰਿਆਂ ਨੂੰ ਬਰਕਤ ਦੇਵੇ। ਅੱਜ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ ਜ਼ਬੂਰ 77 ਇਹ ਦੁੱਖ ਦੇ ਸਮੇਂ ਤਸੱਲੀ ਦਾ ਇਹਦਾ ਟਾਈਟਲ ਹੈ ਔਰ ਸੰਗੀਤ ਦਲ ਦੇ ਆਗੂ ਲਈ ਯਦੂਥੂਨ ਦੇ ਰਾਗ ਅਨੁਸਾਰ ਆਸਾਫ ਦਾ ਭਜਨ ਹੈ। ਇਸ ਦੀ ਮੈਂ ਪਹਿਲੀ ਆਇਤ ਪੜਾਂਗੀ। ਮੈਂ ਪਰਮੇਸ਼ਵਰ ਨੂੰ ਉੱਚੀ ਆਵਾਜ਼ ਨਾਲ ਪੁਕਾਰਾਂਗਾ, ਮੈਂ ਉਸ ਦੇ ਅੱਗੇ ਦੁਹਾਈ ਦੇਵਾਂਗਾ ਕਿ ਉਹ ਮੇਰੀ ਸੁਣੇ। अपनी मुसीबत के दिन मैंने खुदावंद को ढूंढा, मेरे हाथ रात को फैले रहे और ढीले ना हुए, मेरी जान को तस्कीन ना हुई। हाँ जी अंकल जोशुआ। मैं इसकी तीसरी आयत पढ़ांगी। परमेश्वर अगे बेनती करदियां मेरे हौके निकल जांदे हन ਅਤੇ ਉਸ ਦਾ ਧਿਆਨ ਕਰਦਿਆਂ ਮੇਰਾ ਮਨ ਮੁਰਝਾ ਜਾਂਦਾ ਹੈ। ਸਹਿਲਾ। तू मेरी आंखें खुली रखता है, मैं ऐसा बेताब हूं कि बोल नहीं सकता। हाँ जी अंकल जोशुआ पंजवीं आयत पढ़ो। वीक हो गया ते जिस करके मैं डिस्कनेक्ट हो गया ते मैं दूसरी। हाँ जी पंजवीं आयत। ओके जी अंकल जोशुआ का कनेक्शन लॉस्ट है। चलो फिर सिस्टर ज्योति तुही ते सिस्टर संबल पढ़ी जाओ जो अंकल जोशुआ कनेक्ट होंगे फिर दोबारा पढ़ांगा। मैं इसकी पंजवीं आयत पढ़ांगी। मैं बीत चुके दिनां ਨੂੰ याद करदा हां ਅਤੇ ਲੰਘ ਚੁੱਕੇ ਸਾਲਾਂ ਉੱਤੇ ਧਿਆਨ ਕਰਦਾ ਹਾਂ। मुझे रात को अपना गीत याद आता है, मैं अपने दिल ही में सोचता हूँ, मेरी रूह बड़ी तफ्तीश में लगी है। ਕੀ ਪ੍ਰਭੂ ਨੇ ਹਮੇਸ਼ਾ ਦੇ ਲਈ ਸਾਨੂੰ ਛੱਡ ਦਿੱਤਾ ਹੈ ਕਿ ਉਹ ਫਿਰ ਕਦੀ ਤਰਸ ਖਾਵੇਗਾ? क्या उसकी शफकत हमेशा के लिए जाती रही? क्या उसका वादा अब तक बातिल हो गया? इसलिए 9वीं आयत। कि परमेश्वर की कृपा खत्म हो गई है कि उसकी दया का दरवाजा बंद हो गया है? सैला। फिर मैंने कहा, ये मेरी ही कमजोरी है, मैं तो हक ताला की कुदरत के जमाना को याद करूंगा। 11वीं आयत।
हे प्रभु मैं तेरे किते कम्मां ते ध्यान करांगा, मैं तेरे अद्भुत काल विच किते अद्भुत कम्मां नूं याद करदा हां। मैं तेरी सारी सनत पर ध्यान करूंगा और तेरे कामों को सोचूंगा। हे परमेश्वर तेरा राह पवित्र है, तेरे वर्गा दूजा कोई देवता नहीं है। तू वो खुदा है जो अजीब काम करता है, तूने कौमों के दरमियान अपनी कुदरत जाहिर की। 15वीं आयत, तू ही याकूब ਅਤੇ यूसुफ ਦੀ ਸੰਤਾਨ अर्थात अपने लोकां ਨੂੰ अपने बल ਨਾਲ ਛੁਡਾਇਆ है। सला। आए खुदा, समुद्रों ने तुझे देखा, समुंदर तुझे देखकर डर गए, गहराओं भी कांप उठे। इसकी 17 आयत, बदलां ने मींह बराया, आकाश गरज उठे ਅਤੇ हर पासे बिजलियां चमक उठियां। बगौले में तेरी रअद की आवाज थी, बर्क ने जहान को रोशन कर दिया, जमीन लर्जी और कांपी। इसकी 19वीं आयत, तू समुंदर विचों ਦੀ ਲੰਘ ਗਿਆ ਅਤੇ ਤੂੰ ਵੱਡੇ ਪਾਣੀਆਂ ਨੂੰ ਤੁਰ ਕੇ ਪਾਰ ਕੀਤਾ, ਪਰ ਪਿੱਛੋਂ ਤੇਰੇ ਪੈਰਾਂ ਦੇ ਚਿੰਨ੍ਹ ਦਿਖਾਈ ਨਾ ਦਿੱਤੇ। तूने मूसा और हारून के वसीला से गल्ला की तरह अपने लोगों की रहनुमाई की। खुदावंद के पाक कलाम के पढ़े और सुने जाने पर उसकी बरकत हो, आमीन। Thank you scripture reading ਲਈ ਆਓ ਹੁਣ ਅਸੀਂ ਪਾਸਟਰ ਐਰਿਕ ਸਰਵਾਰ ਦੇ ਨਾਲ ਕਲਾਮ ਦੇ ਰਿਫਲੈਕਸ਼ਨ ਤੇ ਇੰਟਰਪ੍ਰੀਟੇਸ਼ਨ ਵਿੱਚ ਜਾਵਾਂਗੇ। ओके जी, बहुत बहुत शुक्रिया। और अज असी जबूर नंबर 77 ਤੇ ਪਹੁੰਚੇ ਹਾਂ। और जबूर नंबर 77 ਸਾਨੂੰ ਪਤਾ ਵੇ ਕਿ ਆਸਫ ਦਾ ਜ਼ਬੂਰ ਹੈ, ਜਿਵੇਂ ਉਹਦਾ ਸਰਨਾਮਾ ਕਹਿਣ ਡਿਆ ਵੇ। और मैं एक बार फिर याद दुआ दा कि असी आसफ के मज़ामीर के सैट दे विच हां, जिहदे और तकरीबन 12 जबूरां दा सैट है। और जिहड़ा जबूर नंबर 83 तक जांदा वे, जिहड़ा असी खत्म करना प्लान कर रहे हैं कि इस सैट नूं खत्म करिए। लेकिन इहदे नाल जबूरां दी किताब दी जो क्लासिफिकेशन की गई है, ते तीसरी किताब है। और जिवें जबूरां दी 5 किताबां ने, पहलियां 3 किताबां जिहड़ियां ने ओ लैमेंट है। लैमेंट मतलब नोहा, मातम, प्रोटेस्ट है। और जिन्हों कहा जाता है कि आहो नाला वे, कराहवां ने। और जिहड़ा वे खुदा दा जिहड़े राइटर ने जिन्हां ने जबूर दे विच शामिल कीते गए ने, ਉਹ ਸਾਨੂੰ ਦੱਸਦੇ ਨੇ, ਉਹ ਸਾਨੂੰ ਲੈਂਗੁਏਜ ਦਿੰਦੇ ਨੇ, ਉਹ ਸਾਨੂੰ ਲਫ਼ਜ਼ ਦਿੰਦੇ ਨੇ ਕਿ ਅਸਾਂ ਖੁਦਾ ਦੇ ਸਾਹਮਣੇ ਆਪਣੀ ਜਿਹੜੀ ਸਾਡਾ ਡਿਪਰੈਸ਼ਨ ਹੈ, ਜਿਹੜਾ ਸਾਡਾ ਡਾਰਕ ਸਿਚੁਏਸ਼ਨ ਹੈ, ਕੋਈ ਵੀ ਅਸੀਂ ਅਗਰ ਕ੍ਰਾਈਸਿਸ ਦੇ ਵਿੱਚੋਂ ਗੁਜ਼ਰਨ ਡਏ ਹਾਂ ਤੇ ਅਸਾਂ ਉਸ ਕ੍ਰਾਈਸਿਸ ਦੇ ਵਿੱਚ ਖੁਦਾ ਨੂੰ ਆਵਾਜ਼ ਕਿਵੇਂ ਮਾਰਨੀ ਹੈ। ਸੋ ਇਹ ਜ਼ਬੂਰ ਸਾਡੀ ਮਦਦ ਕਰਦੇ ਨੇ ਕਿ ਅਸੀਂ ਉਹਦੇ ਲਈ ਖੁਦਾ ਦੇ ਅੱਗੇ ਹਾਜ਼ਰ ਹੋਈਏ। ਸੋ ਜਿਵੇਂ ਜ਼ਬੂਰ 77 ਦਾ ਸਰਨਾਮਾ ਅਸਾਂ ਵੇਖਿਆ ਵੇ। ਔਰ ਸਰਨਾਮਾ ਕੀ ਕਹਿ ਰਿਹਾ ਜੀ ਕਿ ਦਲ ਸਿਸਟਰ ਜੋਤੀ ਕੀ ਹੈ ਤੁਹਾਡੇ ਕੋਲ ਪੰਜਾਬੀ ਚ ਆਗੂ ਲਈ, ਕਿਹਦੇ ਆਗੂ ਲਈ? ਯਦੂਥੁਨ ਦੇ ਰਾਗ ਅਨੁਸਾਰ ਅਸਾਫ ਦਾ ਭਜਨ, ਸੰਗੀਤ ਦਲ ਦੇ ਆਗੂ ਲਈ। ਸੰਗੀਤ ਦਲ, ਮਤਲਬ ਵਾਹ ਵਾਹ ਕੀ ਜ਼ਬਾਨ ਹੈ। ਸੰਗੀਤ ਦਲ ਦੇ ਆਗੂ ਲਈ ਯਦੂਤੂਨ के तौर पर। ओके जी, ਇਹ ਅਸਾਂ ਆਸਫ ਦੇ ਜ਼ਬੂਰਾਂ ਦੇ ਵਿੱਚੋਂ ਨਵਾਂ ਨਾਂ ਇੱਕ ਐਡ ਹੋਇਆ ਹੈ। ਠੀਕ ਹੈ, ਯਦੂਤੂਨ ਜਾਂ ਇਹਦਾ ਇੱਕ ਹੋਰ ਨਾਮ ਹੀ ਹੈ ਜਿਹਨੂੰ ਈਥਨ ਕਿਹਾ ਗਿਆ ਵੇ, ਇਤਾਨ ਇਜ਼ਰਾਖੀ ਉਹਦਾ ਪੂਰਾ ਨਾਮ ਹੈ। ਔਰ ਇਹ ਬੰਦੇ ਦੀ ਡਿਊਟੀ ਸੀ, ਹੀ ਵਾਜ਼ ਲਾਈਕ ਅ ਮਿਊਜ਼ਿਕ ਡਾਇਰੈਕਟਰ। ਠੀਕ ਹੈ, ਸੋ ਮਿਊਜ਼ਿਕ ਡਾਇਰੈਕਟਰ ਸੀ। ਹੋਰ ਵੀ ਮਿਊਜ਼ਿਕ ਡਾਇਰੈਕਟਰ ਸਨ, ਲੇਕਿਨ ਕੁਝ ਲੋਕ ਸਨ ਜਿਨ੍ਹਾਂ ਦੀ ਗਾਣ ਦੀ ਡਿਊਟੀ ਸੀ, ਕੁਝ ਲੋਕ ਸੀ ਜਿਨ੍ਹਾਂ ਦੀ ਸਿਖਾਉਣ ਦੀ ਡਿਊਟੀ ਸੀ, ਕੁਝ ਲੋਕ ਸਨ ਜਿਹੜੇ ਗੀਤਾਂ ਦੇ ਜਾਂ ਜਿਹੜੀ ਪੋਇਟਰੀ ਹੁੰਦੀ ਸੀ ਉਹਨੂੰ ਜਿਹੜੇ ਮੈਨੇਜ ਕਰਦੇ ਹਨ ਕਿ ਉਹਨੂੰ ਕਿਹੜੀ ਈਦ ਦੇ ਕਿਹੜੇ ਮੌਕੇ ਤੇ ਜਾਂ ਸੁਬਾਹ ਸ਼ਾਮ ਦੀਆਂ ਕਿਹੜੀਆਂ ਇਬਾਦਤਾਂ ਦੇ ਵਿੱਚ ਉਸ ਗੀਤਾਂ ਨੂੰ ਸੈੱਟ ਕਰਕੇ ਰੱਖਣਾ ਵੇ ਤਾਂ ਕਿ ਉਹਦੇ ਮੁਤਾਬਕ ਜਿਹੜੀ ਇਬਾਦਤ ਹੈ ਉਹਨੂੰ ਡਿਜ਼ਾਈਨ ਕੀਤਾ ਰਹੇ। ਸੋ ਪਹਿਲੀ ਗੱਲ ਤੇ ਆਵੇ ਕਿ ਜਿਹੜੀ ਜਿਊਇਸ਼ ਜਿਹੜੀ ਸਰਵਿਸ ਹੁੰਦੀ ਸੀ ਖਾਸ ਤੌਰ ਤੇ ਹੈਕਲ ਦੀ, ਉਹ ਸਰਵਿਸ ਚੁੱਕੇ ਲਾਵੀਆਂ ਦੇ ਕੋਲ ਸੀ। ਔਰ ਜਿਵੇਂ ਅਸਾਂ ਪੜ੍ਹਿਆ ਵੇ ਕਿ ਜਿਹੜੇ ਲਾਵੀਆਂ ਦੇ ਕਬੀਲੇ ਚੋਂ ਖਾਸ ਤੌਰ ਤੇ ਆਸਫ ਦਾ ਜਿਹੜਾ ਘਰਾਣਾ ਸੀ ਔਰ ਬਨੀ ਕੌਰਾ ਦਾ ਜਿਹੜਾ ਘਰਾਣਾ ਸੀ, ਯਦੂਤੂਨ ਜਾਂ ਬਾਕੀ ਜਿਹੜੇ ਲੋਕ ਸਨ, ਮਤਲਬ ਦੇ ਵਰ ਵੈਰੀ ਵੈਲ ਐਜੂਕੇਟਡ, ਵੈਰੀ ਵੈਲ ਟ੍ਰੇਨਡ, ਇਕੁਇਪਡ, ਸਕਿਲਡ ਲੋਕ ਸਨ। ਐਵੇਂ ਰਾਤ ਨੂੰ ਸੁੱਤਿਆ ਪਿਆ ਨਹੀਂ ਹੁਣ ਖਾਬ ਆ ਜਾਂਦਾ ਕਿ ਸਵੇਰੇ ਮੈਂ ਜਾ ਕੇ ਤੇ ਮੈਂ ਆਪਣਾ ਜਾ ਕੇ ਮੈਂ ਗੀਤ ਗਾਣੇ ਤੇ ਜਾਂ ਮੈਂ ਆਪਣਾ ਫਲਾਣਾ ਕੰਮ ਕਰਨਾ ਹੈ। That was not a case. They were committed, they were trained and they were equipped. And they were also, they have a heart, ਉਹਨਾਂ ਦੇ ਪਿੱਛੇ generational ਜਿਹੜੀ ਹੈ ਨਾ ਪੂਰੀ ਇੱਕ lineage ਸੀ ਉਹਦੇ ਪਿੱਛੇ, history ਸੀ। Time has been put them into that context ਕਿ ਜਿਹਦੇ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਖੁਦਾ ਦੀ ਖਿਦਮਤ ਲਈ ਨਸਲ ਦਰ ਨਸਲ ਜਿਹੜਾ ਵੇ ਨਾ ਉਹਨਾਂ ਨੇ ਆਪਣੇ ਆਪ ਨੂੰ ਕਮਿਟ ਕੀਤਾ ਹੋਇਆ ਸੀ। ਸੋ ਅਸੀਂ ਕਹਿੰਦੇ ਹਾਂ ਕਿ ਯਦੂਤੂਨ ਦਾ ਜ਼ਿਕਰ ਅਸੀਂ ਪੜ੍ਹਦੇ ਹਾਂ। ਔਰ ਯਦੂਤੂਨ ਕੇ ਤੌਰ ਪਰ ਸਾਨੂੰ ਨਹੀਂ ਪਤਾ ਕਿ
ਕਿ ਯਦੂਤੂਨ ਦਾ ਸਟਾਈਲ ਕੀ ਸੀ, ਯਦੂਤੂਨ ਦਾ ਜਿਹੜਾ ਅੰਗ ਸੀ ਉਹ ਕੀ ਸੀ, ਕਿਸ ਤਰੀਕੇ ਨਾਲ ਗਾਉਂਦਾ ਸੀ। ਲੇਕਿਨ ਜ਼ਬੂਰ ਦਾ ਟੈਕਸਟ ਸਾਨੂੰ ਇਹ ਦੱਸਦਾ ਵੇ ਕਿ ਸੰਗੀਤ ਦਲ ਦਾ ਜਿਹੜਾ ਆਗੂ ਸੀ ਉਹਦੇ ਵਾਸਤੇ ਜਿਹੜਾ ਯਦੂਤੂਨ ਦਾ ਤਰੀਕਾਕਾਰ ਸੀ ਜਾਂ ਯਦੂਤੂਨ ਦਾ ਜਿਹੜਾ ਗਰੁੱਪ ਸੀ ਉਹਦੇ ਮੁਤਾਬਿਕ ਇਸ ਗੀਤ ਨੂੰ ਰਵੇ ਜਾਂ ਆਸਫ ਨੇ ਇਹ ਮਜ਼ਮੂਰ ਨੂੰ ਲਿਖਿਆ ਤੇ ਕੰਪੋਜ਼ ਕੀਤਾ। ਅੱਛਾ, ਅਸੀਂ ਜਿਹੜੇ ਸਟਰਕਚਰ ਤੇ ਹੁੰਦੇ ਆ ਨਾ, ਜਦੋਂ ਵੇਖੋ ਕਲਾਮ ਨੂੰ ਪੜ੍ਹਨ ਦੇ ਬੜੇ ਤਰੀਕੇ ਨੇ। ਜਿਹੜੇ ਲੋਕ ਬਾਈਬਲ ਨੂੰ ਸਿਰਫ ਪੜ੍ਹਦੇ ਨਾ ਲਿਟਰਲੀ, ਠੀਕ ਹੈ, ਜਿਵੇਂ ਇੱਕ ਆਮ ਬੰਦਾ, ਇੱਕ ਆਮ ਸਾਦਾ ਜਿਹਾ ਬੰਦਾ ਵੇ, ਉਹਨੇ ਕਲਾਮ ਨੂੰ ਪੜ੍ਹਨਾ, ਉਹਨੇ ਜੋ ਸਿੱਧੀ ਜਿਹੀ ਗੱਲ ਸਮਝ ਆਉਣੀ ਹੈ ਉਹਨੇ ਉਸੇ ਠੋਕ ਦੇਣਾ, ਠੀਕ ਹੈ। ਕਈ ਲੋਕ ਜਿਹੜੇ ਥੋੜੇ ਜਿਹੇ ਹੁੰਦੇ ਨਾ, ਆਪਣਾ ਥੋੜੇ ਜਿਹੇ ਜਿਹੜੇ ਆਪਣੇ ਮਤਲਬ ਦੀ ਗੱਲ ਕਰਨਾ ਚਾਹੁੰਦੇ ਨੇ, ਜਿਵੇਂ ਆਪਣੇ ਆਰਗੂਮੈਂਟ ਨੂੰ ਕਲਾਮ ਦੇ ਵਿੱਚੋਂ ਮਨਵਾਉਣਾ ਚਾਹੁੰਦੇ ਨੇ, ਉਹ ਆਪਣੇ ਮਤਲਬ ਦੀ ਕੋਈ ਗੱਲ ਕੱਢੇਗਾ ਵਿੱਚੋਂ ਵਿਦਆਊਟ ਐਨੀ ਕੌਨਟੈਕਸਟ। ਉਦੋਂ ਪਹਿਲਾਂ ਕੀ ਗੱਲ ਹੋਣ ਡਈ ਹੈ, ਉਦੋਂ ਅੱਗੇ ਕੀ ਗੱਲ ਹੋਣ ਡਈ ਹੈ, ਉਸ ਗੱਲ ਦਾ ਕੋਈ ਮਤਲਬ ਜਿਹੜਾ ਮੈਂ ਗੱਲ ਕਰਨ ਡਿਆ ਉਹਦੇ ਨਾਲ ਹੈ ਵੀ ਹੈ ਕਿ ਨਹੀਂ, ਲੇਕਿਨ ਉਹਨੂੰ ਵਿੱਚੋਂ ਇੱਕ ਗੱਲ ਲੱਭ ਜਾਂਦਾ, ਉਹਨੇ ਆਊਟ ਆਫ ਕੌਨਟੈਕਸਟ ਚੁੱਕ ਕੇ ਪਰਾਂ ਮਾਰਨਾ, ਉਹਨੂੰ ਕਾਪੀ ਪੇਸਟ ਕਰ ਦੇਣਾ ਵਿਦਆਊਟ ਐਨੀ ਅੰਡਰਸਟੈਂਡਿੰਗ, ਵਿਦਆਊਟ ਐਨੀ ਕੌਨਟੈਕਸਟ। ਇਹੋ ਜਿਹੇ ਲੋਕ ਵੀ ਹੈ ਨੇ। ਅੱਛਾ, ਜਦੋਂ ਅਸੀਂ ਚੂੰਕਿ ਇਹਦੀ ਪ੍ਰੋਪਰ ਜ਼ਬੂਰਾਂ ਦੀ ਕਿਤਾਬ ਦੀ ਪ੍ਰੋਪਰ ਸਟੱਡੀ ਕਰਨ ਡਏ ਹਾਂ, ਅਸੀਂ ਇਹਦਾ ਸਟਰਕਚਰ ਵੀ ਵੇਖਦੇ ਹਾਂ, ਅਸੀਂ ਇਹਦੀ ਐਕਸਪੋਜੀਸ਼ਨ ਵੀ ਵੇਖਦੇ ਹਾਂ, ਔਰ ਅਸੀਂ ਇਹ ਵੀ ਵੇਖਦੇ ਹਾਂ ਕਿ ਹਿਬਰੂ ਜਾਂ ਜਿਹੜਾ ਸਾਰਿਆਂ ਨਾਲੋਂ ਪਹਿਲਾਂ ਸੈਪਟੁਐਜੈਂਟ ਯਿਸੂ ਮਸੀਹ ਦੇ ਪੈਦਾ ਹੋਣ ਤੋਂ ਵੀ 200 ਸਾਲ ਪਹਿਲਾਂ ਜਿਹੜਾ ਐਲੈਗਜ਼ੈਂਡਰੀਆ ਦੇ ਮਕਾਮ ਤੇ ਜਿਹੜਾ 70 ਬਜ਼ੁਰਗਾਂ ਨੇ ਪਹਿਲਾ ਤਰਜਮਾ ਕੀਤਾ ਸੀ ਪੁਰਾਣੇ ਯਾਰਨਾਮੇ ਦਾ, ਜਿਹਨੂੰ ਕਿ ਸੈਪਟੁਐਜੈਂਟ ਕਿਹਾ ਜਾਂਦਾ ਵੇ। ਸੈਪਟੁਐਜੈਂਟ ਦਾ ਮਤਲਬ ਇਹ ਹੈ ਜੀ 70 ਆਊਟ ਆਫ ਦ 70 ਐਲਡਰ ਜਾਂ 70 ਸਕਾਲਰ, ਠੀਕ ਹੈ। ਔਰ 70 ਦਾ ਤੁਹਾਨੂੰ ਪਤਾ ਵੀ ਹੈ ਕਿੱਥੋਂ ਆਇਆ ਸੀ, ਮੈਂ ਤੁਹਾਨੂੰ ਦੱਸ ਚੁੱਕਿਆ। ਮੈਂ 70 ਬਜ਼ੁਰਗ ਜਿਹੜੇ ਕਿੱਥੇ ਗਏ ਸਨ, ਉਹ ਸਾਰੇ ਨਾਲ ਜਿਨ੍ਹਾਂ ਜਾ ਕੇ ਦੁਆਰੇ ਕੋਲ ਤੇ ਜਾ ਕੇ ਪਾਠ ਤੇ ਬੈਠੇ ਸਨ। ਸੋ ਐਨੀਵੇ, ਜਦੋਂ ਅਸੀਂ ਸੈਪਟੁਐਜੈਂਟ ਨੂੰ ਜਾਂ ਹਿਬਰੂ ਓਰੀਜਨਲ ਟੈਕਸਟ ਨੂੰ ਵੇਖਦੇ ਹਾਂ ਨਾ, ਜਿਹੜਾ ਸਰਨਾਮਾ ਵੇ ਨਾ, ਇਹ ਅਸਲ 'ਚ ਪਹਿਲੀ ਆਇਤ ਹੈ। ਇੰਟਰਸਟਿੰਗਲੀ ਮੈਂ ਇਹਦਾ ਹਿਬਰੂ ਸਟਰਕਚਰ ਵੇਖ ਰਿਹਾ ਕਿ ਇਹਦਾ ਹਿਬਰੂ ਸਟਰਕਚਰ ਕੀ ਹੈ। ਉਹਦੇ ਵਿੱਚ ਜਿਹੜਾ ਸਰਨਾਮਾ ਵੇ ਨਾ, ਮੀਰ ਮੁਗੰਨੀ ਕੇ लिए यदूतून के तौर पर आसफ का मजमूर, ਇਹ ਆਇਤ ਨੰਬਰ ਪਹਿਲੀ ਹੈ। ਸੋ ਇਹਦਾ ਮਤਲਬ ਹੈ ਵੇ ਕਿ ਜਦੋਂ ਅਸੀਂ ਆਪਣੇ ਟੈਕਸਟ ਨੂੰ ਅਸੀਂ ਜਦੋਂ ਹਿਬਰੂ ਟੈਕਸਟ ਦੇ ਨਾਲ ਕੰਪੇਅਰ ਕਰਨਾ ਜਾਂ ਪੈਰਲਲ ਰੱਖਾਂਗੇ ਨਾ ਦੋਵਾਂ ਨੂੰ, ਤੇ ਅਸੀਂ ਇੱਕ ਆਇਤ ਕੀ ਹੋਵਾਂਗੇ, ਅੱਗੇ ਹੋਵਾਂਗੇ, ਠੀਕ ਹੈ, ਕਿਉਂਕਿ ਸਰਨਾਮੇ ਨੂੰ ਆਇਤ ਕਾਊਂਟ ਨਹੀਂ ਕੀਤਾ ਗਿਆ। ਓਕੇ, ਸੋ ਦੈਟਸ ਦਾ ਸਟਰਕਚਰਲ ਅਰੇਂਜਮੈਂਟ ਜਿਹੜਾ ਹੈ ਨਾ, ਉਹ ਇਸ ਜ਼ਬੂਰ ਦਾ ਜਿਹੜਾ ਅਸੀਂ ਵੇਖਦੇ ਹਾਂ, ਠੀਕ ਹੈ। ਅੱਛਾ, ਦੂਜੇ ਨੰਬਰ ਤੇ ਜਿਹੜਾ ਇਹ ਜ਼ਬੂਰ ਹੈ ਨਾ, ਇਹਦੇ ਵਿੱਚ ਜਿਹੜੇ ਮੇਨ ਥੀਮ ਨੇ ਉਹ ਮੈਂ ਤੁਹਾਡੇ ਸਾਹਮਣੇ ਜ਼ਿਕਰ ਕਰਨ ਲੱਗਾ ਵਾਂ ਕਿ ਮੇਨ ਥੀਮ ਕਿਹੜੇ ਨੇ। ਸੋ ਜਿਵੇਂ ਮੈਂ ਜ਼ਿਕਰ ਕਰਨ ਡਿਆ ਕਿ ਬਾਈਬਲ ਮੁਕੱਦਸ ਨੂੰ ਜਾਂ ਕਲਾਮ ਨੂੰ ਪੜ੍ਹਨ ਦੇ ਦੇਰ ਆਰ ਵੇਰੀਅਸ ਹਰਮੇਨਿਊਟਿਕਲ, ਅਸੀਂ ਇਹਨੂੰ ਟੈਕਨੀਕਲ ਲੈਂਗੁਏਜ ਕਹਿੰਦੇ ਹਾਂ, ਹਰਮੇਨਿਊਟਿਕਲ ਜਾਂ ਇਲਮੁਲ ਬਾਜ਼ ਦੇ ਕਿਹੜਾ ਮੈਥਡ ਤੁਸੀਂ ਇਸਤੇਮਾਲ ਕਰਦੇ ਹੋ, ਠੀਕ ਹੈ। ਕੁਝ ਲੋਕ ਨੇ ਜਿਹੜੇ ਕਲਾਮ ਨੂੰ, ਜਿਵੇਂ ਮੈਂ ਕਿਹਾ ਸੀ, ਥੀਮੈਟਿਕਲੀ ਪੜ੍ਹਦੇ ਨੇ ਕਿ ਜੀ ਥੀਮ ਕੀ ਚੱਲਣ ਡਿਆ, ਮੇਨ ਮੌਜੂ ਕੀ ਚੱਲਣ ਡਿਆ, ਠੀਕ ਹੈ। ਕੁਝ ਜਿਹੜੇ ਨੇ ਉਹ ਵੇਖਦੇ ਨੇ ਕਿ ਜੀ ਇਹਦਾ ਫਲੋ ਕੀ ਹੈ, ਫਲੋ ਆਫ ਆਰਗੂਮੈਂਟ ਜਿਹੜਾ ਵੇ ਉਹ ਕੀ, ਠੀਕ ਹੈ। ਸੋ ਅਸੀਂ ਜਦੋਂ ਇਹ ਜ਼ਬੂਰ ਨੂੰ ਜਦੋਂ ਪੜ੍ਹਦੇ ਹਾਂ, ਇਹ ਸਾਨੂੰ ਪਤਾ ਲੱਗ ਗਿਆ ਵੇ ਕਿ ਇਹ ਇੱਕ ਮਾਤਮੀ ਔਰ ਇੱਕ ਦੁੱਖ ਦਾ ਜ਼ਬੂਰ ਹੈ, ਜਿਹਦੇ ਵਿੱਚ ਜਿਹੜਾ ਜ਼ਬੂਰ ਨਵੀਸ ਹੈ ਉਹ ਖੁਦਾ ਦੇ ਅੱਗੇ ਆਪਣੇ ਡਿਪਰੈਸ਼ਨ ਦੀ, ਆਪਣੀ ਡਾਰਕਨੈਸ ਦੀ ਔਰ ਆਪਣੇ ਜਿਹੜਾ ਉਹਦੇ ਆਲੇ ਦੁਆਲੇ ਕਿਓਸ ਫੈਲਿਆ ਹੋਇਆ ਵੇ, ਔਰ ਉਸ ਐਕਸਟਰਨਲ ਕਿਓਸ ਦਾ ਉਹਦੀ ਇੰਟਰਨਲ ਸੋਲ ਤੇ ਉਹਦੇ ਥਾਟ ਜਿਹੜੇ ਨੇ ਇਸ ਵੇਲੇ, ਜਿਹੜਾ ਉਹਦਾ ਕੋਗਨੀਟਿਵ ਮਾਈਂਡ ਹੈ, ਜਿਹੜਾ ਉਹਦਾ ਥਾਟ ਪ੍ਰੋਸੈਸ ਹੈ, ਉਹਦੇ ਤੇ ਕੀ ਅਸਰ ਪੈਣ ਡਿਆ ਵੇ। ਸੋ ਦੈਟਸ ਦਾ ਕੰਟੈਕਟ ਜਿਹਨੂੰ ਅਸੀਂ ਵੇਖਣ ਦੇ ਹਾਂ। ਸੋ ਇਹਦੇ ਵਿੱਚ ਦੋ ਤਿੰਨ ਚੀਜ਼ਾਂ ਅਸੀਂ ਲੈ ਕੇ ਚੱਲਾਂਗੇ, ਦੋ ਥ੍ਰੈਡ ਅਸੀਂ ਲੈ ਕੇ ਚੱਲਾਂਗੇ ਅੱਜ। ਪਹਿਲਾ ਥ੍ਰੈਡ ਹੈ ਕਿ ਇਹਦੇ ਵਿੱਚ ਟੋਨ ਔਰ ਐਟੀਟਿਊਡ ਕੀ ਹੈ ਜ਼ਬੂਰ ਨਵੀਸ ਦਾ, ਠੀਕ ਹੈ, ਉਹਦੀ ਟੋਨ ਕੀ ਹੈ ਔਰ ਉਹਦਾ ਐਟੀਟਿਊਡ ਕੀ ਹੈ, ਠੀਕ ਹੈ। ਦੂਜੇ ਨੰਬਰ ਤੇ ਅਸੀਂ ਲੈ ਕੇ ਚੱਲਾਂਗੇ ਕਿ ਇਹਦੇ ਕੀ ਵਰਡ ਕਿਹੜੇ ਨੇ। ਤੀਸਰੀ ਜਿਹੜੀ ਇੰਪੋਰਟੈਂਟ ਚੀਜ਼ ਹੈ ਉਹ ਵੇ, ਅਸੀਂ ਪਤਾ ਹਰ ਵਾਰੀ ਜ਼ਬੂਰ ਚ ਵੇਖਦੇ ਹਾਂ ਕਿ ਉਹ ਫਸਟ ਸਿੰਗੂਲਰ ਪਰਸਨ ਮੈਂ ਤੋਂ ਤੂੰ ਤੇ ਕਿਦੋਂ ਕੋ ਆਇਆ ਵੇ, ਔਰ ਫਿਰ ਤੂੰ ਤੋਂ ਹਮ ਜਾਂ ਹਮਾਰੇ ਕਮਿਊਨਿਟੀ ਦੇ ਕਿਦੋਂ ਕੋ ਆਇਆ, ਠੀਕ ਹੈ ਨਾ। ਇਹਦੇ ਵਿੱਚ ਅਸੀਂ ਵੇਖਾਂਗੇ ਇਹ ਵੀ ਕਿ ਉਹ ਬੰਦਾ ਪਰਸਨਲ ਸੈਲਫ ਰੀਅਲਾਈਜੇਸ਼ਨ ਤੋਂ ਉਹ ਖੁਦਾ ਦੇ ਵੱਲ ਉਹਦਾ ਜਦੋਂ ਸ਼ਿਫਟਿੰਗ ਹੁੰਦੀ ਉਹਦੇ ਥਾਟ ਪ੍ਰੋਸੈਸ ਦੀ, ਉਹ ਕਿਹੜੀ ਆਇਤ ਤੋਂ ਹੁੰਦੀ ਹੈ ਔਰ ਉਹਦੇ ਬਾਅਦ ਉਹਦੀ ਟੋਨ ਕਿਵੇਂ ਚੇਂਜ ਹੁੰਦੀ ਹੈ। ਦੈਟਸ ਅ ਫੈਸੀਨੇਟਿੰਗ ਸਾਮ ਜਿਹੜਾ ਕਿ ਅਸੀਂ ਵੇਖਦੇ ਹਾਂ ਕਿ ਇਟਸ ਅ ਸ਼ਿਫਟ ਆਫ ਇਮੋਸ਼ਨਲ, ਇਟਸ ਲਾਈਕ ਅ ਇਮੋਸ਼ਨਲ ਰੋਲਰ ਕੋਸਟਰ ਵੇਖੇ ਤਾਂ ਕੌਣ ਕੌਣ ਬੈਠਾ ਰੋਲਰ ਕੋਸਟਰ ਤੇ? ਤੁਸੀਂ ਸੰਭਲ ਕੇ ਬੈਠੇ ਹੋ ਜਵਾਨੀ ਚ ਕਿ ਨਹੀਂ ਅਮਰੀਕਾ ਜਾ ਕੇ? ਨਹੀਂ, ਮੈਨੂੰ ਬਹੁਤ ਡਰ ਲੱਗਦਾ। ਅੱਛਾ, ਤੇ ਸਰ ਜੋਤੀ? ਪਰ ਉਸ ਤਰ੍ਹਾਂ ਮੇਰੀ ਲਾਈਫ ਰੋਲਰ ਕੋਸਟਰ ਤੇ ਗਈ ਹੈ। ਆਇਆ ਤਾਂ ਕਹਿ ਸਕਦੇ ਹਾਂ ਨਹੀਂ ਫਿਜ਼ੀਕਲੀ ਕਿਸੇ ਐਕਸਪੀਰੀਅੰਸ ਕੀਤਾ ਰੋਲਰ ਕੋਸਟਰ ਦਾ? ਐਂਜਲ? ਹਾਂਜੀ। ਕਿੰਨੇ ਫਾਸਟ ਵਾਲੀ, ਉੱਚੀ ਵਾਲੀ ਕਿ ਨੀਵੀਂ ਵਾਲੀ ਤੇ? ਨੀਵੇਂ ਵਾਲੀ ਤੇ ਕੀਤਾ, ਪਰ ਫਾਸਟ ਵਾਲੀ ਤੇ ਵੀ ਕੀਤਾ। ਫਾਸਟ ਵਾਲੀ ਤੇ ਕੀਤਾ। ਚੀਕਾਂ ਨਿਕਲਦੀਆਂ ਨਾ?
ਹਾਂਜੀ ਵੰਜ ਬੰਦਾ ਉੱਤੇ ਨਹੀਂ ਜਾਂਦਾ, ਐਂ ਲੱਗਦਾ ਬਸ ਹੁਣੇ ਬਸ ਗਿਆ ਤੇ ਗਿਆ, ਜ਼ਰਾ ਕੋਈ ਇੰਜੀਨੀਅਰ ਛੁੱਟੀ ਨਹੀਂ ਤੇ ਗਿਆ ਉਹ। ਓਕੇ, ਜਿਹੜਾ ਇਹਦੇ ਵਿੱਚ ਜਿਹੜਾ ਇੱਕ ਹੋਰ ਜਿਹੜਾ ਮੇਨ ਥੀਮ ਹੈ ਜਿਹੜਾ ਉਹ ਵੀ ਮੈਮਰੀ। ਠੀਕ ਹੈ, ਪਿਛਲੇ ਦਿਨਾਂ 'ਚ ਨਾ ਮੈਂ ਕਿਸੇ ਨੇ ਮੈਨੂੰ ਨਾ ਗਾਣਾ ਘੱਲਿਆ ਇੱਕ, ਔਰ ਉਹ ਚੈਨਲ ਬੜਾ ਅੱਛਾ ਸੀ। ਅੱਜ ਕੱਲ੍ਹ ਤੁਹਾਨੂੰ ਪਤਾ YouTube ਤੇ, ਔਰ YouTube ਤੋਂ ਇਲਾਵਾ ਵੀ ਹੋਰ ਵੀ ਬੜੇ ਫੇਸਬੁੱਕ ਤੇ ਸੋਸ਼ਲ ਮੀਡੀਆ ਦੇ ਬੜੇ ਐਸੇ ਉਹਨੇ, ਮੈਂ ਚੁੱਕੇ ਮਿਊਜ਼ਿਕ ਮੇਰੀ ਇੰਡਸਟਰੀ ਜਿਹੜੀ ਫੀਲਡ ਹੈ ਮੇਰੀ, ਮੈਂ ਤਾਲਿਬ ਇਲਮਾਂ ਮੌਸੀਕੀ ਦਾ, ਤੇ ਇਸ ਲਈ ਮੈਂ ਜਿਹੜਾ ਵੀ ਕੋਈ ਮੈਨੂੰ ਚੱਜ ਦਾ ਚੈਨਲ ਲੱਗਦਾ ਮੈਂ ਉਹਨੂੰ ਲਾਈਕ ਕਰ ਦਿੰਦਾ ਵਾ, ਤਾਂ ਕਿ ਮੇਰੇ ਕੋਲ ਫੀਡ ਹੁੰਦੀ ਰਹੇ ਕਿ ਕਿਹੜਾ ਵੀ ਅੱਛਾ ਮਿਊਜ਼ਿਕ, ਅੱਛਾ ਗਾਣਾ ਜਾਂ ਰਿਕਾਰਡਿੰਗ ਕੋਈ ਆਈਏ ਤੇ ਮੈਂ ਉਹਨੂੰ ਸੁਣਦਾ ਰਹਾਂ। ਉਹਦੇ ਵਿੱਚ ਨਾ ਇੱਕ ਪੁਰਾਣੇ ਸਾਡੇ 90s ਦੇ, ਜਦੋਂ ਮੈਂ ਟੀਨੇਜ ਹੁੰਦਾ ਹਾਂ ਨਾ, ਮੈਂ ਮੈਟ੍ਰਿਕ ਇਸ ਉਦੋਂ ਮਾਮੂ ਦੱਸੂ ਤੇ ਬੱਸਾਂ 'ਚ, ਉਦੋਂ ਬੱਸਾਂ ਚਾਹੀਦਾ ਲਟਕ ਕੇ ਕਾਲਜ ਜਾਈਦਾ ਸੀ, ਤੇ ਬੱਸਾਂ ਦੇ ਵਿੱਚ ਮਿਨੀ ਬੱਸ ਕਰਾਚੀ 'ਚ ਹੁੰਦੇ ਨਿੱਕੀ ਦੀਆਂ, ਮੇਰਾ ਕੱਦ ਵੱਡਾ ਸੀ, ਇਹ ਮੁਰਗਾ ਬਣ ਕੇ ਜਾਈਦਾ ਸੀ, ਕਈ ਵਾਰ ਪਿੱਛੇ ਲਟਕ ਗਏ ਤੇ ਕਈ ਵਾਰੀ ਛੱਤ ਤੇ ਚੜ ਜਾਣਾ। ਤੋ ਮੈਂ ਦੱਸਣ ਡਿਆ ਕਿ ਉਹ ਨਾ 90s ਦੇ ਗਾਣੇ ਮੈਨੂੰ ਯਾਦ ਆ ਗਏ। ਉਹ ਗਾਣਾ ਲਾਇਆ ਤੇ ਜਨਾਬ 90s ਦਾ ਕੋਈ ਮੇਰੀ ਏਜ ਦਾ ਬੰਦਾ ਹੋਣਾ, ਉਹਨੇ ਕੋਈ ਚੈਨਲ ਬਣਾ ਕੇ ਨਾ ਸਾਡੇ ਦੌਰ ਦੇ, ਸਾਡੇ ਟੀਨੇਜ ਦੇ ਗਾਣੇ ਲਾਏ ਸਾਰੇ, ਹਰ ਗਾਣੇ ਤੋਂ ਬਾਅਦ ਗਾਣਾ, ਗਾਣੇ ਤੋਂ ਬਾਅਦ ਗਾਣਾ। ਉਹਦੇ ਵਿੱਚ ਇੱਕ ਗਾਣਾ ਸੀ ਕਿ ਤੁਮਸੇ ਮਿਲਕਰ ਐਸਾ, तुमसे मिलकर, हाँ, ना जाने क्यों और भी कुछ याद, मेरा ਜਿਹੜਾ ਫੋਕਸ ਹੋਵੇ ਯਾਦ ਦੇ ਉੱਤੇ, ਮੈਮਰੀ। ਠੀਕ ਹੈ, ਜ਼ਬੂਰ ਨਵੀਸ ਦਾ ਇਹਦੇ ਵਿੱਚ ਜਿਹੜਾ ਇੱਕ ਬੜਾ ਮੇਨ ਫੋਕਸ ਹੈ ਨਾ ਜਿਹੜਾ, ਉਹ ਵੇ ਕਿ ਉਹ ਆਪਣੀ ਹੋਪ ਜਾਂ ਉਮੀਦ ਜਿਹੜੀ ਹੈ ਉਹ ਆਪਣੀ ਮੈਮਰੀ 'ਚ ਲੱਭਦਾ। ਦੈਟਸ ਇੰਟਰਸਟਿੰਗ ਆਸਪੈਕਟ ਜਿਹੜਾ ਵੇ ਨਾ ਜ਼ਬੂਰ ਦਾ, ਕਿ ਉਹ ਜਿਹੜਾ ਵੇ ਨਾ ਆਪਣਾ ਇਸ ਚੀਜ਼ ਨੂੰ ਵੇਂਦਾ ਵੇ ਕਿ ਉਹਦੀ ਜਿਹੜੀ ਮੈਮਰੀ ਹੈ ਉਹਨੂੰ ਕਿਵੇਂ ਲੈ ਕੇ ਚੱਲੇਗਾ। ਠੀਕ ਹੈ, ਉਹਦੇ ਵਿੱਚ ਇੱਕ ਹੋਰ ਗਾਣਾ ਆ ਗਿਆ ਜਿਹੜਾ 2009 'ਚ ਫਿਲਮ ਆਈ ਸੀ, ਉਹ ਇਸ ਵੀ ਮੈਨੂੰ ਯਾਦ ਹੈ ਕਿ ਉਹਨਾਂ ਦਾ ਨਾ ਫਿਲਮ ਗਜਨੀ ਆਈ ਸੀ, ਤੇ ਸਾਡਾ ਪਹਿਲਾ ਟ੍ਰਿਪ ਸੀ ਇੰਗਲੈਂਡ ਦਾ। ਠੀਕ ਹੈ, ਅੱਛਾ, ਇੰਗਲੈਂਡ ਦਾ ਪਹਿਲਾ ਟ੍ਰਿਪ ਸੀ, ਤੇ ਜਿਹੜੇ ਸਾਡੇ ਹੋਸਟ ਸਨ ਨਾ, ਉਹਨਾਂ ਦਾ ਇੱਕ ਛੋਟਾ ਬੇਟਾ ਸੀ, ਮੇਰਾ ਦੋਸਤ ਸੀ, ਉਹਨੂੰ ਨਾ ਗਾਣਾ ਬੜਾ ਪਸੰਦ ਸੀ, ਜਬ ਸੇ ਤੁਮ ਮੁਝੇ ਮਿਲ ਗਈ ਜ਼ਿੰਦਗੀ ਮੇਂ ਆਏ ਨਾ ਯਕੀਨ, ਤੇ ਬੜਾ ਗਾਣਾ ਚੱਲਿਆ ਹੋਣਾ ਉਸ ਦੌਰ ਦੇ ਵਿੱਚ। ਅੱਛਾ, ਉਹ ਭਾਈ ਅਸੀਂ ਕੋਈ 2 ਹਫ਼ਤੇ ਰਹੇ ਹਾਂ ਤੇ ਸਾਨੂੰ ਉਹ ਗਾਣਾ ਇੰਝ ਯਾਦ ਹੋ ਗਿਆ, ਗੱਡੀ 'ਚ ਬਹਿਣਾ, ਜਦੋਂ ਵੀ ਕਿਤੇ ਆਉਣਾ ਜਾਣਾ ਲੱਗਣਾ ਉਹੀ ਗਾਣੇ ਨੂੰ, ਹੋਰ ਕੋਈ ਗਾਣਾ ਨਹੀਂ ਲੱਗਦਾ। ਤੇ ਅਸੀਂ ਜਿਹੜਾ ਨਾ ਸਾਡੇ ਹੱਡੀਆਂ 'ਚ ਉਤਰ ਗਿਆ ਗਾਣਾ। ਤੇ ਉਹ ਜਿਹੜਾ ਸੀ ਨਾ, ਉਹਦੇ ਵਿੱਚ ਆਮਿਰ ਖਾਨ ਦਾ ਰੋਲ ਕੀ ਸੀ, ਉਹ ਬੰਦੇ ਦਾ ਰੋਲ ਕਰਦਾ ਜਿਹਦੀ ਸ਼ਾਰਟ ਟਰਮ ਮੈਮਰੀ ਲੋਸਟ ਹੋ ਜਾਂਦੀ ਹੈ। ਠੀਕ ਹੈ ਨਾ, ਮਤਲਬ ਉਹ ਥੋੜੀ ਦੇਰ ਲਈ ਭੁੱਲ ਜਾਂਦਾ ਵੇ ਕਿ ਕੌਣ ਹੈ, ਕਿੱਥੋਂ ਆਇਆ, ਉਹਦੀ ਹਿਸਟਰੀ ਕੀ ਹੈ। ਓਕੇ, ਸਾਡੇ ਇੱਥੇ ਅਮਰੀਕਾ ਦੇ ਵਿੱਚ ਵੀ ਡਾਇਮੈਂਸ਼ੀਆ ਜਿਹੜਾ ਵੇ ਬਜ਼ੁਰਗਾਂ ਦੇ ਵਿੱਚ ਵੈਰੀ ਕਾਮਨ। ਇੱਥੇ ਲੋਕੀ ਉਹਨਾਂ ਦੀ ਮੈਮਰੀ ਲੋਸਟ ਹੋ ਜਾਂਦੀ ਹੈ, ਲੋਕੀ ਬਿਮਾਰ ਜਦੋਂ ਹੁੰਦੇ ਨੇ ਜਾਂ ਡਾਇਮੈਂਸ਼ੀਆ ਹੁੰਦਾ ਵੇ, ਉਹ ਮੈਮਰੀ ਖੋ ਦਿੰਦੇ ਨੇ, ਮਤਲਬ ਦੈਟਸ ਲੋਸਟ। ਠੀਕ ਹੈ, ਉਹਨਾਂ ਦੀ ਪੂਰੀ ਸਲੇਟ ਸਾਫ਼ ਹੋ ਜਾਂਦੀ ਹੈ। ਜ਼ਬੂਰ ਨਵੀਸ ਇਹਦੇ ਵਿੱਚ ਆਪਣੀ ਜਿਹੜੀ ਉਹਦੀ ਇਨਕਰੇਜਮੈਂਟ ਹੈ ਨਾ, ਉਹਦੀ ਜਿਹੜੀ ਉਹਦੀ ਕਹਿਣਾ ਚਾਹੀਦਾ ਕਿ ਖੁਦਾ ਦੇ ਨਾਲ ਦਾ ਰਿਲੇਸ਼ਨਸ਼ਿਪ ਹੈ, ਉਹ ਆਪਣੀ ਯਾਦਾਸ਼ਤ ਜਿਹੜੀ ਹੈ ਨਾ ਉਹਦੇ ਤੇ ਰਿਲਾਈ ਕਰਦਾ ਹੈ। ਮੈਮਰੀ ਇਜ਼ ਹਿਸ ਸਟਰੈਂਥ। ਠੀਕ ਹੈ, ਐਸੀ ਵੇਖਾਂਗੇ ਜਿਹੜੀ ਅਸੀਂ ਵੇਖ ਰਹੇ ਹਾਂ ਨਾ, ਆਇਤ ਜਿਹੜੀ ਹੈ, ਪਹਿਲੀ ਚੀਜ਼ ਦੀ ਨਾ ਆਇਤ ਜਿਹੜੀ ਹੈ। ਅੱਛਾ, ਇੱਕ ਹੋਰ ਇਹਦੇ ਵਿੱਚ ਦਿਲਚਸਪ ਗੱਲ ਹੈ, ਜਿਹੜਾ ਸਾਡੇ ਕੋਲ ਤਰਜਮਾ ਹੈ ਨਾ, ਉਹ ਤਰਜਮਾ ਸਾਡਾ ਥੋੜਾ ਜਿਹਾ ਹਿਬਰੂ ਟੈਕਸਟ ਨਾਲੋਂ ਵੀਕ ਜਾਂ ਥੋੜਾ ਜਿਹਾ ਫਰਕ ਹੈ। ਮਤਲਬ ਤੁਹਾਨੂੰ ਮੈਂ एग्जांपल देना वाली, जिमें कह रहा है ना पहली आयत, मैं बुलंद आवाज से खुदा के हुजूर फरियाद करूंगा। ठीक है, तो तुम्हारा टोन चेक की, टोन की है नंबर 1 लाउड, लेकिन एटीट्यूड की है आई विल क्राई आउट। एक तो ना बच्चा रोंदा वे थोड़ा जिहा हल्की जी आवाज नाल, एक वे गला फाड़ के रोंदा वे। ठीक है ना, मतलब हाई पिच ते जाके रोंदा वे। ठीक है, एक होंदा नॉर्मल रोना, खिजना, ਉਹਨੂੰ ਖਾਣਾ ਨਹੀਂ ਮਿਲਿਆ ਜਾਂ ਟੌਏ ਅੱਗੇ ਪਿੱਛੇ ਹੋ ਗਏ ਨੇ ਤੇ ਬੱਚਾ ਖਿੱਚਦਾ ਰੋਂਦਾ। ਇੱਕ ਹੁੰਦਾ ਵੇ ਜਦੋਂ ਜਾਂ ਤੇ ਬਿਸਤਰ ਤੇ ਗਿੱਲਾ ਪਿਆ ਹੋਇਆ ਤੇ ਜਾਂ ਉਹਨੂੰ ਭੁੱਖ ਲੱਗੀ ਹੋਏ ਤੇ ਮਾਂ ਫੋਨ ਤੇ ਬਿਜ਼ੀ ਹੋਏ, ਓਹੋ ਉਹਦੇ ਬਾਅਦ ਜਿਹੜਾ ਫਿਰ ਬੱਚਾ ਕਰਾਈ ਕਰਦਾ, ਜਿਹੜਾ ਆਪਣੇ ਲੰਗ ਟੌਪ ਆਫ ਦਾ ਲੰਗ ਜਦੋਂ ਉਹ ਚੀਖਦਾ ਨਾ, ਜਿਹੜਾ ਐਕਚੁਅਲੀ ਹੇਅਰ ਇਜ਼ ਦੈਟ ਟੋਨ ਐਂਡ ਐਟੀਟਿਊਡ। ਉਹ ਕਹਿੰਦਾ ਵੀ ਮੈਂ ਫੁੱਲ ਔਨ ਦਾ ਟੌਪ ਆਫ ਮਾਈ ਲੰਗਸ I will cry to the Lord, लेकिन तर्जमा सानू कहंदे I will cry। एक्चुअल हिब्रू टेक्स्ट कहंदा वे let me cry, मतलब आंदा है कि मैनू रोन दो, मैनू चिल्लान दो, फरियाद करन दो मैनू खुदा दे हुजूर दे विच। और अगली आयत उन्होंने कहंदी है खुदा ही के हुजूर। फिर अगे वेखा तुहां बुलंद आवाज नू दोबारा फोकस करन दिया वे कि बुलंद आवाज से, और फिर वो की लाएगा मेरे अल कन लाएगा। एंड जी जिवें खुदा ऐसी मां में ज़बूर नवीस के मुताबिक कि जी माँ जी है ना वो कोई लॉन्ग डिस्टेंस कॉल आई है या इंडिया तो या पाकिस्तान या किसी और स्टेट चो। ठीक है, बच्चे लगी है भुख तो माँ भुल गई है कि बच्चे दुध पियाना है या उन्होंने फीडर के मुँह च पानी। पता लोगों ने मीम्स भी बनाई ने बड़िया सोशल मीडिया पे। ठीक है ना, माँ फोन से लगी, बच्चा थले डिग्या बिस्तर तो बोतल उधर मुँह पानी। ठीक है, उन्हें पता ही कोई नहीं कि बच्चा थले है कोई नहीं, बोतल किसी और पास जान गई। तो मतलब लोगों बड़िया मीम्स बनाई ने जिद्दां। सो इंज ही लगन दिया अगर मैं अज के कॉन्टैक्ट रिलेट करा
कि God is busy with a phone call somewhere from India or Pakistan, और एडा बिजी है मांग रहा हूँ, तो ज़बूर ने भी स्कैन दिया कि मैं चिल्लान दिया, मैं रोन दिया वहां, तो खुदा अपना कन की लाए मेरे वाल लाया। ठीक है, दैट्स द नोशन। और बाद आंदा है फिर अपनी सिचुएशन दसदा है, मैं अपनी मुसीबत वाले दिन आंदा है मैं खुदा नूं लभ्या, मैं ढूंढिया। इंटरेस्टिंग, दैट्स पावरफुल। मतलब लभन का मतलब होंदा कुछ है गवाच गई जी, ठीक है ना, लेकिन इतने एटीट्यूड जड़ा वे की है कि मेरा जड़ा एक्सप्रेशन है वो इंज कि जिवें मेरी कीमती चीज कोई गवाच गई और मैं उन्हें लभन दिया वा। ठीक है, और लभन का स्टाइल है मुसीबत वाले दिन मेरे हाथ फैले रहे। ओह दैट्स इंटरेस्टिंग। आंदा मेरे हाथ रात को भी फैले रहे और ढीले ना हो। तो पता ना हाथ चुकना मैं एक बार यूज किया थी, इट्स काइंड ऑफ अ हाई फाइव। ठीक है ना, एज अ चिल्ड्रन, एज अ चाइल्ड ऑफ गॉड ਅਸੀਂ ਜਦੋਂ ਹੱਥ ਚੁੱਕਨੇ ਆ ਖੁਦਾ ਦੇ ਵਿੱਚ ਦੁਆ ਦੇ ਵਿੱਚ, ਇਟਸ ਕਾਈਂਡ ਆਫ ਅ ਹਾਈ ਫਾਈਵ ਖੁਦਾ ਦੇ ਨਾਲ। ਟੀਮ ਜਦੋਂ ਜਿੱਤਦੀ ਹੈ, ਟੀਮ ਜਦੋਂ ਕੋਈ ਮੈਚ ਜਿੱਤਦੀ ਹੈ, ਜਾਂ ਜਦੋਂ ਕ੍ਰਿਕਟ ਦਾ ਮੈਚ ਜਿੱਤਿਆ ਜਾਂਦਾ ਵੇ, ਜਾਂ ਫੁੱਟਬਾਲ ਦਾ, ਜਾਂ ਅਸੀਂ ਅਮਰੀਕਾ 'ਚ ਵੇਖਦੇ ਟੀਮਾਂ ਜਿੱਤਦੀਆਂ ਨੇ ਜਦੋਂ, ਉਹ ਜਿਹੜੇ ਪਲੇਅਰ ਨੇ ਕੀ ਕਰਦੇ ਨੇ ਦੋਵੇਂ ਦੇ ਮਤਲਬ ਦੇ ਅਟੈਚ ਦੈਮਸੈਲਵ। ਸੋ ਅਸੀਂ ਵੇਖਦੇ ਇੱਥੇ ਜ਼ਬੂਰ ਨੂੰ ਵੀ ਛਡਾਉਣਾ, ਮੇਰੇ ਨਜ਼ਦੀਕ ਹੱਥ ਫੈਲਾਣਾ ਖੁਦਾ ਦੇ ਅੱਗੇ ਜਿਹੜਾ ਨਾ ਉਹ ਇੰਝ ਹੀ ਹੈ ਕਿ ਅਸੀਂ ਬਾਈ ਫੇਥ ਖੁਦਾ ਦੇ ਨਾਲ ਕੀ ਕਰਨ ਦੇ ਆ, ਹਾਈ ਫਾਈ ਕਰਨ ਦੇ ਆ। ਠੀਕ ਹੈ, ਤੇ ਅਸੀਂ ਖੁਦਾਵੰਦ ਵੀ ਆਰ देयर, लेकिन हाथ फैले रहे और ढीले ना हुए। आंदा है मेरी जान नू फिर भी तस्कीन ना हुई, मतलब आंदा फिर भी मैनू चैन नहीं मिला, मैं बेचैन ही रहा वहां। फिर आंदा मैं खुदा को की लफ्ज़ आया जी, याद करता। Here you go, now he's relying on memory. Okay, ਇੱਥੇ ਵੀ ਜਿਹੜਾ ਟੋਨ ਹੈ ओरिजिनल हिब्रू टेक्स्ट ਦੇ ਵਿੱਚ, ਉੱਥੇ ਫਿਰ ਕਹਿ ਰਿਹਾ let me remember Lord, let me mourn। मतलब ਜਿਹੜਾ ਬੰਦਾ ਹਾਵਾ ਭਰਦਾ ਨਾ ਜਦੋਂ, ਆਂਦਾ ਮੈਂ ਖੁਦਾ को याद करता और बेचैन हूं। मतलब ਜਿਹੜੇ ਬੰਦੇ ਨੂੰ ਰਾਤੀ ਬਿਸਤਰ ਤੇ ਜਿਹੜਾ ਨਾ ਉਹ ਕੀ ਆਂਦੇ ਨੇ ਕਿ ਇਧਰ ਉਧਰ ਪਾਸੇ ਮਾਰਦਾ ਰਹੇ, ਠੀਕ ਹੈ ਨਾ, ਉਹਨੂੰ नींद ना आए और उन्हें सुकून ना मिले किसी तरीके से। मैं खुदा को याद करता हूँ और बेचैन हूँ। अगे आंदा फिर मैं वावेला करता हूँ, मतलब आंदा मैं नाल येलिंग भी करना, मैं शोर भी पाना वा, और मेरी जान की है आंदा निढाल है। अच्छा दिलचस्प गल है जेड़ा लफ्ज है ना इत्थे बेचैन, एक्चुअली इहदा लफ्ज है आई कंटेम्पलेट। कंटेम्पलेशन का मतलब की है कि मैं और ते सोच विचार करना। आंदा कि मेरा जेड़ा थॉट प्रोसेस है वो सारा इस पासे आले कि खुदा जड़ा वे ओदा कन मेरे क्यों नहीं लगा होया, मेरी मुसीबत वाले दिन वो मेरी क्यों फरियाद नहीं सुन रहा। ठीक है, आंदा मैं हाथ भी फैलाए ने, मेरे सोच, मेरी ख्याल, मेरा जिस्म, मेरे आंदा मेरा पूरे दे पूरी जेडी मेरी पर्सनैलिटी है, मेरी हस्ती जेडी है वो खुदा दी याद दे विच, और इहदे बावजूद आंदा कि खुदा जड़ा वे सुनता ही नहीं पिया। ठीक है ना, फ्रॉम मेरी तो हुण कित्थे आ रहा वे जी, हुण डायरेक्ट खुदाल आया वे और सलाह, दैट्स द फर्स्ट पॉज। सो ਇਹਦੀ ਆਊਟਲਾਈਨ ਜਦੋਂ ਅਸੀਂ ਬਣਾਉਂਦੇ ਆ, ਅਸੀਂ ਕੋਸ਼ਿਸ਼ ਕਰਨੇ ਆ ਕਿ ਜਿੱਥੇ ਜਿੱਥੇ ਸਲਾਹ ਆਇਆ ਵੇ ਨਾ ਅਸੀਂ ਉਹਦੇ ਨੈਚੁਰਲ ਆਊਟਲਾਈਨ ਤੇ ਚੱਲੀਏ, ਬਜਾਏ ਦੇ ਕਿ ਅਸੀਂ ਦੂਜੀ ਉਹਦੀ ਕੋਈ ਆਊਟਲਾਈਨ ਬਣਾਈਏ। ਸੋ ਦੈਟਸ ਦ ਫਰਸਟ ਪਾਰਟ ਆਫ ਦ ਜ਼ਬੂਰ। ਦੈਨ ਹੁਣ ਉਹ ਡਾਇਰੈਕਟ ਐਡਰੈਸ ਕਰਦਾ ਖੁਦਾ ਨੂੰ, ਤੂੰ ਮੇਰੀ ਆਂखें ਕੀ ਰੱਖਦਾ ਹੈ, ਖੁੱਲੀ ਰੱਖਦਾ। ਓਕੇ ਜੀ, ਨਾਓ ਹੀ ਇਜ਼ ਫਰਮ ਮੇਰੀ ਤੋਂ ਕਿੱਥੇ ਆ ਗਿਆ, ਤੂੰ ਤੇ ਆ ਗਿਆ। ਠੀਕ ਹੈ ਨਾ, शिफ्ट ऑफ डायलॉग। ਹੁਣ ਉਹ ਤੂੰ ਤੋਂ ਫਿਰ आगे अपने आप से आ गया, अपनी सिचुएशन से आ गया। ਹੁਣ ਕੀ करता है, आंदे जी मैं ऐसा बेताब हूं कि बोल नहीं सकता। वाह वाह, इंटरेस्टिंग कि I'm speechless। ठीक है, तो हम देखिए कि जो बंदा एक्सट्रीम इमोशनल डिस्ट्रेस से गुजरदा हुंदा ना, ते कई बारी लोकां कोल लफ्ज नहीं हुंदे कि अगले बंदे नूं किवें तसल्ली दित्ती जा सके। जिवें अयूब दे दोस्त आए, देखिया जो उन्हां वेखिया ना अयूब दा गम बड़ा है, ते कलाम विच लिखिया वे कि ओ 7 दिन तक ओदे नाल चुप करके जमीन ते की करदे बैठे रहे, मतलब they never speak a single word। ਅਸੀਂ ਵੇਖਦੇ ਹਾਂ, ਮੈਂ ਜਦੋਂ ਅਸੀਂ ਖਿਦਮਤ ਦੇ ਵਿੱਚ ਵੀ ਔਰ ਉਂਝ ਵੀ ਬਾਅਦ ਵਿੱਚ ਜਦੋਂ ਜਨਾਜ਼ਿਆਂ ਤੇ ਜਾਈਦਾ ਹੈ ਜਾਂ ਲੋਕਾਂ ਦਾ ਕੋਈ ਬੜਾ ਕਰੀਬੀ ਮਰ ਜਾਏ ਜਾਂ ਕੋਈ ਹਾਦਸਾ ਹੋ ਜਾਏ, ਕੁਛ ਵੀ ਹੋ ਜਾਏ, ਠੀਕ ਹੈ ਨਾ, ਕਈ ਵਾਰੀ ਤੁਹਾਡੇ ਕੋਲ ਤਸੱਲੀ ਦੇਣ ਦਾ ਲਫ਼ਜ਼ ਨਹੀਂ ਹੁੰਦੇ, ਓਨਲੀ ਟੈਪ ਔਨ ਅ ਸ਼ੋਲਡਰ ਔਰ ਅ ਹੱਗ ਔਰ ਹੋਲਡਿੰਗ ਅ ਹੈਂਡ। these are silence gestures ਕਿ ਜਿਹੜੇ they speak more than words। ठीक है ना, और अगले बंदे को इन्हों कहा जाता है मिनिस्ट्री ऑफ साइलेंस। एक्चुअली बात सी सोचना कि शायद ਅਸੀਂ ਬੋਲੀ ਜਾਵਾਂਗੇ ਤੇ ਸ਼ਾਇਦ ਇਹ ਮਿनिस्ट्री है, no that's not a ministry। sometimes attaining silence, sometimes sitting with someone who is passing through a distress or emotional turmoil, ਕਦੀ ਸਿਰਫ ਚੁੱਪ ਕਰਕੇ ਉਹਦੇ ਨਾਲ ਬਹਿਣਾ ਜਿਹੜਾ ਹੁੰਦਾ ਨਾ, that also serve the purpose। so ਕਹਿੰਦਾ ਜੀ ਮੈਂ ਬੋਲ ਨਹੀਂ ਸਕਦਾ, और फिर ਕੀ ਕਰਦਾ, ਆਂਦਾ मैं गुज़श्ता अय्याम में अय्याम पर यानी कदीम जमाने के बरसों पर क्या रहा,
contemplate करता रहा, let me contemplate, let me think about it, मेरा दिमाग उस पासे जाता है। और फिर की याद करता है 6वीं आयत इंटरेस्टिंगली ਜਿਹੜੀ कि ओरिजिनल हिब्रू टेक्स्ट 7वीं आयत है, वो कहता है जी मुझे रात को अपना की होता है, गीत याद आया, आंदा मैंने गीत याद होता है। इंटरेस्टिंग, शायर ना आर्टिस्ट है, ओके, तो ਉਹਨੂੰ ਆਪਣੇ ਗਾਣੇ ਯਾਦ ਹੁੰਦੇ ਨੇ, ਆਪਣੇ ਗੀਤ। ਔਰ ਗੀਤ ਕਿਹੜੇ ਨੇ? ਜਿਹੜੇ ਗੀਤ ਉਹਨੇ ਖੁਦਾ ਦੀ ਹਮਦੋ ਸੁਨਾ ਲਈ, ਜਿਹੜੇ ਗੀਤ ਉਹਨੇ ਖੁਦਾ ਦੀ ਪ੍ਰਸਤਿਸ਼ ਲਈ, ਜਿਹੜੇ ਗੀਤ ਉਹਦਾ ਕਨੈਕਸ਼ਨ ਸਨ ਖੁਦਾ ਦੇ ਨਾਲ, ਓਕੇ। the song, the music serve as a bridge to connect God, so that's the communication tool ਜਿਹੜਾ ਖੁਦਾ ਨਾਲ ਨੂੰ ਕੀ ਕਰਦਾ ਵੇ, ਕਨੈਕਟ ਕਰਦਾ ਵੇ, ਠੀਕ ਹੈ। ਤੁਹਾਨੂੰ ਵੇਖਿਆ ਹੋਏਗਾ, ਮੈਨੂੰ ਇੰਡੀਆ ਦੀ ਫਿਲਮਾਂ ਦਾ ਇੰਨਾ ਯਾਦ ਨਹੀਂ, ਮੈਨੂੰ ਪਾਕਿਸਤਾਨ ਦੀ ਫਿਲਮਾਂ ਦਾ ਇੱਕ ਦੋ ਚੀਜ਼ ਯਾਦ ਹੈ। ਉਹ ਪਤਾ ਕਿ ਜਿਹੜਾ 70s ਦਾ ਦੌਰ ਸੀ ਨਾ, ਜਿਹਦੇ ਪਾਕਿਸਤਾਨੀ ਫਿਲਮ ਇੰਡਸਟਰੀ ਬੜੀ ਬੂਮ ਕਰ ਰਹੀ ਸੀ, ਉਹਦੇ ਵਿੱਚ ਨਾ ਮੋਸਟਲੀ ਹੀਰੋ ਦੀ ਯਾਦਾਸ਼ਤ ਟੁੱਟ ਜਾਂਦੀ ਸੀ, ਠੀਕ ਹੈ। ਅੱਛਾ, ਬਚਪਨ ਵਿੱਚ ਜਾਂ ਤੇ ਜਿਹੜੇ ਹੈ ਨਾ ਸਟੋਰੀ ਜਿਹੜੇ ਹੁੰਦੇ ਹਨ ਬਣਾਉਣ ਵਾਲੇ, ਉਹ ਕੀ ਕਰਦੇ ਹਨ, ਸਟੋਰੀ ਲਿਖਦੇ ਹਨ ਕਿ ਜੀ ਬਚਪਨ ਵਿੱਚ ਮਾਂ ਨੇ ਕੋਈ ਗੀਤ ਗਾਇਆ ਵੇ, ਲੋਰੀ ਸੁਣਾਈ ਹੈ ਬੱਚੇ ਨੂੰ, ਤੇ ਜਨਾਬ ਉਹ ਬੱਚਾ ਜਿਹੜਾ ਨਾ ਬਾਅਦ ਚੋਂ ਵਿਛੜ ਗਿਆ ਬਚਪਨ ਦੇ ਵਿੱਚ। ਉਹਦੇ ਬਾਅਦ ਜਦੋਂ ਦੁਬਾਰਾ ਰੀਯੂਨਾਈਟ ਹੁੰਦੇ ਹਨ ਨਾ, ਤੇ ਗਾਣਾ ਪਿੱਛੇ ਚੱਲਦਾ ਸੀ, ਤਾਂ ਗਾਣਾ ਕੀ ਕਰਦਾ ਕਿ ਉਹਨਾਂ ਨੂੰ ਫੈਮਿਲੀ ਨੂੰ ਜੋੜਦਾ ਸੀ, ਠੀਕ ਹੈ। ਸੋ ਪਾਕਿਸਤਾਨੀ ਫਿਲਮਾਂ 'ਚ ਵੀ ਇੰਝ ਹੀ ਹੁੰਦਾ ਸੀ ਕਿ ਉਹ ਹੀਰੋ ਸੀੜੀਆਂ ਨੂੰ ਡਿੱਗਦਾ ਸੀ, ਫਿਰ ਗਾਣਾ ਗਾਇਆ ਜਾਂਦਾ ਸੀ, ਤੇ ਫਿਰ ਜਨਾਬ ਯਾਦਾਸ਼ਤ ਵਾਪਸ ਆ ਜਾਂਦੀ, ਠੀਕ ਹੈ। ਅੱਜ ਵੀ ਫਿਲਮਾਂ 'ਚ ਕਈ ਸਟੋਰੀ ਤੋਂ ਵੇਖੀਆਂ ਨੇ ਕਿ ਮਿਊਜ਼ਿਕ, ਆਰਟ ਜਾਂ ਕੋਈ ਜਿਹੜਾ ਸੌਂਗ ਹੈ, ਉਹ ਉਹਨਾਂ ਦੀ ਮੈਮਰੀ ਨੂੰ ਕੀ ਕਰਦਾ ਵੇ, ਉਹਨਾਂ ਨੂੰ ਕਨੈਕਟ ਕਰ ਦਿੰਦਾ। ਤੁਸੀਂ ਅੱਜ ਹੀ ਵੇਖ ਲਓ, ਮਤਲਬ ਮੈਂ ਅਗਰ ਜਿਵੇਂ ਮੈਂ ਜ਼ਿਕਰ ਕੀਤਾ ਸ਼ੁਰੂ ਦੇ ਵਿੱਚ ਕਿ ਉਹ ਗਾਣੇ ਦਾ ਚੈਨਲ ਆਇਆ ਸਾਹਮਣੇ, ਉਹ ਕਿਸੇ ਨੇ ਪੇਜ ਬਣਾਇਆ ਸੀ, that took me back to 90s in my school age, ਠੀਕ ਹੈ ਨਾ। ਇੰਝ ਤੁਹਾਨੂੰ ਵੀ ਜਿਹੜੇ 1970 ਜਿਹੜੇ ਕਿਸ਼ੋਰ ਕੁਮਾਰ ਦੇ ਦੌਰ ਦੇ ਪੈਦਾਵਾਰ ਨੇ, ਜਿਹੜੇ ਆਪਣਾ ਮੁਹੰਮਦ ਰਫੀ ਦੇ ਦੌਰ ਦੀ ਪੈਦਾਵਾਰ ਨੇ, ਠੀਕ ਹੈ। ਮਤਲਬ they think about that era, so that connects them, they take you away from your present to the past। ਜ਼ਬੂਰ ਵਿੱਚ same ਉਹੀ आंदा है, मुझे रात को अपना गीत याद आता है और मैं दिल ही दिल में सोचता हूँ। अच्छा, दिलचस्प गल है वे, इंज लगन दिया वे जिवें दैट्स द रोमांटिक बंदा है, कोई नवा टीन है जी, ते इहनूं इश्क हो गया, ठीक है। और वो इश्क दे विच पागल हो गया, रातां नूं नींदर नहीं पैण दई, रातां नूं जनाब नींदर नहीं आउंदी, भुख लगी है, ते मार भैड़ा हाल मंदे दिहाड़े, ते जनाब ना टोटली कोई मजनू हो गया, कोई साईं हो गया बंदा, ठीक है। लेकिन जदों ਉਹ ਅੱਗੇ ਰੀਜ਼ਨ ਬਿਆਨ ਕਰਦਾ ਹੈ ਨਾ, that's interesting, that show the divine love, that show the ਆਪਾਂ ਜ਼ਿਕਰ ਕੀਤਾ ਹੈ ਨਾ ਇਸ਼ਕ ਹਕੀਕੀ ਔਰ ਕੀ ਵੇ। 7ਵੀਂ ਆਇਤ ਜਿਹੜੀ ਹੈ ਨਾ, ਉਹਦੇ ਜਰਾ ਬੰਦੇ ਦੀ ਪਰੇਸ਼ਾਨੀ ਸੁਣੋ, ਉਹ ਬੰਦੇ ਦੀ ਜਰਾ ਸੁਣੋ, ਉਹ ਵਿਚਾਰਾ ਰੋਣ ਕਰਲਾਣ ਕਿਹੜੀ ਗੱਲ ਕਰਦੇ ਆ ਰਿਹਾ, ਠੀਕ ਹੈ। ਇੰਟਰਸਟਿੰਗਲੀ ਆਪਣਾ ਸਿਸਟਰ ਜੋਤੀ ਜਰਾ ਪੜ੍ਹੇ ਹੋਏ 7ਵੀਂ 8ਵੀਂ ਤੇ 9ਵੀਂ ਆਇਤ ਜਰਾ ਪੰਜਾਬੀ ਚ ਕੀ। 7ਵੀਂ ਆਇਤ, ਕਿ ਪ੍ਰਭੂ ਨੇ ਹਮੇਸ਼ਾ ਦੇ ਲਈ ਸਾਨੂੰ ਛੱਡ ਦਿੱਤਾ ਹੈ ਕਿ ਉਹ ਕਦੀ, that's number 1 reason, ठीक है। number 2, ਕਿ ਉਹ ਫਿਰ ਕਦੀ ਤਰਸ ਖਾਵੇਗਾ। 8ਵੀਂ ਆਇਤ, ਕਿ ਉਸ ਦਾ ਸਾਡੇ ਵੱਲ ਪਿਆਰ ਖਤਮ ਹੋ ਗਿਆ ਹੈ, ਕਿ ਉਸ ਦੇ ਸਾਨੂੰ ਦਿੱਤੇ ਵਚਨਾਂ ਦਾ ਅੰਤ ਹੋ ਗਿਆ ਹੈ, ਕਿ ਪਰਮੇਸ਼ਰ ਦੀ ਕਿਰਪਾ ਖਤਮ ਹੋ ਗਈ ਹੈ, ਕਿ ਉਸ ਦੇ ਦਇਆ ਦਾ ਦਰਵਾਜ਼ਾ ਬੰਦ ਹੋ ਗਿਆ ਹੈ। ਹਾਂ ਸਲਾ ਇੰਟਰਸਟਿੰਗਲੀ ਕਿੰਨੀਆਂ ਚੀਜ਼ਾਂ ਨੇ ਉਹ ਬੰਦੇ ਨੂੰ ਡਿਸਟਰਬ ਕੀਤਾ ਹੋਇਆ ਵੇ, ਡਿਸਟਰੈਸ ਕੀਤਾ ਹੋਇਆ ਵੇ, ਡਿਸਓਰੀਐਂਟ ਕੀਤਾ ਹੋਇਆ ਵੇ। नंबर 1 आंदा की आंदा मेरी रूह तफ्तीश, आई एम इन्वेस्टिगेटिंग, ओके। आंदा मैं सोच थावा हो गया वहां कि होया की इस वे, ठीक है। मतलब आंदा कि मेरी जिहड़ी मुहब्बत है, मेरी जिहड़ा इश्क है खुदा दे नाल, जिहड़ा खुदा दे कलाम दे नाल, खुदा दे घर दे नाल, खुदा दे लोकां दे नाल, और सारे नाल इंपॉर्टेंट चीज है कि खुदा दी जात दे नाल जिहड़ा वे ओ की कहंदे वे कि खुदा ने सदा लई छड़ दित्ता, नंबर 1। नंबर 2, कदी मेहरबानी, कोई रहम कुछ नहीं खुदावन साडे अल, सानू कोई लिफ्ट कोई नहीं, ठीक है। कि उसकी शफकत हमेशा जाती रही है, ओदा वादा प्रॉमिस आंदा कि प्रॉमिस भी बातिल हो गया वे, और कि आंदा खुदा करम करना, दया करना ही भुल गया। और एक्चुअली देखा जाए ना, क्या उसने कहर से अपनी रहमत, अपनी दया उन्हें रोक ली है। वैसे अगर देखा जाए, दीज आर सीरियस एक्यूजेशन, इट इज फ्रेंडशिप ब्रोक हो जाती है मतलब एक्यूजेशन दे, ठीक है ना। ਤੁਹਾਨੂੰ ਇਲਜ਼ਾਮ ਲਾ ਦੋ, ਲੋਕੀ ਯਾਰੀ ਦੋਸਤਾਂ ਛੱਡ ਦਿੰਦੇ ਨੇ, ਲੋਕ ਮੰਗਣੀਆਂ ਤੋੜ ਦਿੰਦੇ ਨੇ, ਲੋਕ ਰਿਸ਼ਤੇ ਛੱਡ ਦਿੰਦੇ ਨੇ, ਠੀਕ ਹੈ। मतलब जिन्ना मैं तो इल्जाम लाता जी साड़ी इज्जत नहीं दी, साड़ी पब्लिक जी है ना इन्ना मिट्टी प्लीज कर छड़ी है, ये हो गया वो हो गया वट एवर, ठीक है। तो एक्चुअली अगर देखा जाए, दीज आर सीरियस एक्यूजेशन ऑन गॉड, ठीक है ना। एक बंदे दे जिहदा खुदा दे नाल इन्ना प्यार है, ही इज अ वर्शिप लीडर, राइटर, सीकर, खुदा अपना नबूवत उन्हें दिंदा वे, खुदा दे इल्हाम उन्हें मिलदा वे,
पोइट्री है, वो म्यूजिशियन है, खुदा दे लोकां दी रहनुमाई करदा है खुदा दी जिंदगी विच, लेकिन ओदे अंदर कॉग्निटिव प्रोसेस जिहड़ा वे दैट इज एंटायरली टोटल अपसाइड डाउन होया है, ठीक है। और ओदी सोचां दे जिहड़े रॉव है जिहड़ा ओदा लहरां अंदर एक दे बाद दूजी आ रही है ना जिहड़ी, मतलब दैट इज अगर देखा जाए तो इट्स लाइक अ ब्लास्फेमस स्टेटमेंट, ठीक है ना। अगर ਅਸੀਂ ਟੈਕਨੀਕਲੀ ਵੇਖੀਏ मतलब इंज लगन दिया वे कि जिवें ਉਹ ਬੰਦਾ ਜਿਹੜਾ ਨਾ ਟੋਟਲੀ ਤੋਂ ਫਰ ਹੋ ਗਿਆ, ਪਾਗਲ ਹੋ ਗਿਆ, ठीक है। लेकिन दिलचस्प गल है वे एक्चुअली ही इज ऑनेस्ट, ठीक है। ਅਸੀਂ ਸਾਰੇ ਵੀ ਇਹਨਾਂ ਸਿਚੁਏਸ਼ਨ ਵਿੱਚ ਗੁਜ਼ਰਨੇ ਆ, ਓਕੇ। ਕਦੀ ਕਦੀ ਸਾਨੂੰ ਲੱਗਦਾ ਵੇ ਕਿ ਸਾਡੇ ਨਾਲ ਵੀ ਇੰਜ ਹੀ ਹੋ ਗਿਆ ਵੇ, लेकिन ਅਸੀਂ ਇਹਨੂੰ ਫੇਕ ਕਰਨੇ ਆ, rather than taking it we faking it, ओके। ਅਸੀਂ ਵੇਖਣਾ प्रेज द लॉर्ड, प्रभु दी जय मसीह दी, जय फलाने दी, और जनाब जय ये तो वो हालेलुया, प्रेज द लॉर्ड भाई जी बहुत अच्छा है, सारा कुछ बहुत अच्छा है, खुदा दी बड़ी अंदर खाता ਹੁੰਦਾ खुदा ਇਹ ਵੀ ਕੰਮ ਨਹੀਂ ਕੀਤਾ, ਸਾਡਾ ਇਹ ਵੀ ਰਹਿ ਗਿਆ ਵੇ, ਸਾਡਾ ਇਹ ਵੀ ਰਹਿ ਗਿਆ ਵੇ, ਇਹ ਕੰਮ ਤੇ ਹੋਇਆ ਕੋਈ ਨਹੀਂ, ਮੈਂ ਤੇ ਇੰਨੀ ਦੁਆ ਕਰਨ ਡਈ ਹਾਂ ਜਾਂ ਕਰਨ ਡਿਆ, ਇਹ ਤੇ ਕੰਮ ਹੋਇਆ ਕੋਈ ਨਹੀਂ ਖੁਦਾਵੰਦ ਦਾ। we take it or we fake it, so at least this is an honest expression of worship ਜਿਹਦੇ ਵਿੱਚ ਉਹ ਆਪਣੇ ਖਿਆਲਾਤ ਨੂੰ ਉਹ ਡਰ ਨੂੰ ਉਹਨੂੰ ਐਕਸਪ੍ਰੈਸ ਕਰਦਾ। ਅੱਜ ਸਵੇਰੇ ਮੇਰਾ ਸੈਸ਼ਨ ਸੀ ਇੱਕ ਮੇਰੇ ਕੁਝ ਅਮਰੀਕਨ ਦੋਸਤਾਂ ਦੇ ਨਾਲ, ਉਹਨਾਂ ਦਾ ਗਲੋਬਲ ਨੈਟਵਰਕ ਹੈ ਜਿਹੜੇ ਮੁਖਤਲਿਫ ਦੁਨੀਆ ਦੇ ਹਿੱਸਿਆਂ 'ਚ ਕੰਮ ਕਰਦੇ ਨੇ, ਤੇ ਮੇਰੀ ਪ੍ਰੈਜੈਂਟੇਸ਼ਨ ਸੀ ਉਹਨਾਂ ਦੇ ਨਾਲ। ਮੈਨੂੰ ਅਫਰੀਕਾ ਤੋਂ ਇੱਕ ਬੰਦੇ ਨੇ ਸਵਾਲ ਕੀਤਾ, ਉਹ ਕਹਿੰਦੇ ਜੀ ਜਿਸ ਫਲਾਨੀ ਇੱਕ ਕਬੀਲਾ ਵੀ ਅਫਰੀਕਾ ਦੇ ਵਿੱਚ, ਵੈਸਟ ਅਫਰੀਕਾ ਵੀ ਬਨੀਨ ਦੇ ਇਲਾਕੇ ਦੇ ਕੋਲ ਫਲਾਨੀ ਉਹਨਾਂ ਨੂੰ ਕਿਹਾ ਜਾਂਦਾ ਹੈ। ਉਹ ਕਹਿੰਦਾ ਜੀ ਮੈਂ ਫਲਾਨੀਆਂ ਦੇ ਨਾਲ ਮੈਂ ਜ਼ਬੂਰ 51 ਸ਼ੇਅਰ ਕੀਤਾ, ਔਰ ਕਹਿੰਦਾ ਜੀ ਜ਼ਬੂਰ 51 ਮੈਂ ਜਦੋਂ ਸ਼ੇਅਰ ਕੀਤਾ ਤੇ ਉਹ ਤਾਂ ਬੁਰਾ ਮੰਨ ਗਏ। ਮੈਂ ਕਿਹਾ ਅੱਛਾ ਬੁਰਾ ਕਿਉਂ ਮੰਨ ਗਏ? ਆਂਦਾ ਬੁਰਾ ਇਸ ਲਈ ਮੰਨ ਗਏ, ਉਹਨਾਂ ਕਿਹਾ ਜੀ ਇਹ ਜਿਹੜੇ ਬੰਦੇ ਨੇ ਜ਼ਬੂਰ ਲਿਖਿਆ ਉਹ ਤੇ ਖੁਦਾ ਦੇ ਖਿਲਾਫ, ਜਨਾਬ ਇਹ ਤੇ ਖੁਦਾ ਦੇ ਖਿਲਾਫ ਦੀ ਇਹੋ ਜਿਹੀਆਂ ਗੱਲਾਂ ਕਰਨ ਨੂੰ ਮਾਰ ਦੇਣਾ ਚਾਹੀਦਾ। ਜ਼ਬੂਰ 51 ਦਾਊਦ ਦਾ ਮਤਲਬ ਲੋਕੀ ਜਿਹੜੇ ਨੇ ਉਹ ਖੁਦਾ ਦੇ ਖਿਲਾਫ ਜਿਹੜਾ ਪ੍ਰੋਟੈਸਟ ਹੈ ਉਹਨੂੰ ਐਕਸੈਪਟ ਨਹੀਂ ਕਰਦੇ। ਉਹ ਸਮਝਦੇ ਨੇ ਕਿ ਜੀ ਅਸੀਂ ਇਸ ਕਾਬਿਲ ਨਹੀਂ ਆ ਕਿ ਅਸੀਂ ਖੁਦਾ ਦੇ ਨਾਲ ਅਸੀਂ ਆਪਣੇ ਪ੍ਰੋਟੈਸਟ, ਆਪਣੇ ਇਮੋਸ਼ਨਸ ਨੂੰ, ਆਪਣਾ ਐਟੀਟਿਊਡ ਖੁਦਾ ਨੂੰ ਵਾਹੇ, ਠੀਕ ਹੈ ਨਾ। ਕਿਉਂਕਿ ਗੁਲਾਮ ਜਿਹੜਾ ਵੇ, ਗੁਲਾਮ ਕਨਸੈਪਟ ਹੈ ਨਾ, ਤਾਂ ਬਾਕੀ ਦੁਨੀਆ ਦੇ ਮਜ਼ਾਹਬ ਦੇ ਵਿੱਚ ਕਿ ਜਨਾਬ ਤੁਸੀਂ ਸਬਮਿਟ ਕਰਨਾ ਆਪਣੇ ਆਪ ਨੂੰ, ਤੁਸੀਂ ਗੁਲਾਮ ਹੋ, ਤੁਸੀਂ ਦਾਸ ਹੋ, ਔਰ ਦਾਸ ਦਾ ਕੀ ਕੰਮ ਕਿ ਉਹ ਸਵਾਲ ਕਰੇ ਆਪਣੇ ਮਾਲਕ ਦੇ ਉੱਤੇ, ਠੀਕ ਹੈ ਨਾ। ਹਰ ਚੀਜ਼ ਕਹਿੰਦਾ ਕਿ ਤੁਸੀਂ ਇੰਝ ਹੀ ਲਵੋ ਜਿਵੇਂ ਆਉਣ ਡਈ ਹੈ, ਵਿਦਾਊਟ ਐਨੀ ਰੇਜ਼ਿੰਗ ਕੁਐਸਚਨ, ਵਿਦਾਊਟ ਡੂਇੰਗ ਐਨੀ ਪ੍ਰੋਟੈਸਟ, ਔਰ ਵਿਦਾਊਟ ਰੇਜ਼ਿੰਗ ਐਨੀ ਆਈਬ੍ਰੋ ਔਰ ਐਨੀ ਜਿਹਨੂੰ ਗਰਦਨ ਕਸ਼ ਕਿਹਾ ਜਾਂਦਾ ਹੈ ਨਾ, ਮਤਲਬ ਜੋ ਖੁਦਾ ਦੇ ਰਿਹਾ ਚੁੱਪ ਕਰਕੇ ਲਈ ਜਾ, ਠੀਕ ਹੈ ਨਾ। ਲੇਕਿਨ एक्चुअली दिस इज ऑनेस्ट प्रोटेस्ट, और जबूर ਜਿਹੜੇ ਨੇ ਸਾਨੂੰ ਜਿਹੜਾ ਖਾਸ ਤੌਰ ਤੇ ਲੈਮੈਂਟ ਸਾਹਮਣੇ ਜਿਹੜੇ ਉਹ ਸਾਨੂੰ ਲੈਂਗੁਏਜ ਦਿੰਦੇ ਨੇ ਔਰ ਫਰਾਮ ਕਰਦੇ ਨੇ ਕਿ ਅਸੀਂ ਹਿਊਮਨ ਐਕਸਪ੍ਰੈਸ਼ਨ, ਹਿਊਮਨ ਇਮੋਸ਼ਨ ਜਿਹੜੇ ਸਾਡੇ ਰੋਲਰ ਕੋਸਟਰ ਹੈ, ਅਸੀਂ ਕਮ ਸੇ ਕਮ ਉਹਨੂੰ ਓਨੈਸਟੀ ਦੇ ਨਾਲ ਖੁਦਾ ਅੱਗੇ ਕੀ ਕਰੀਏ, ਉਹਨੂੰ ਪੇਸ਼ ਕਰੀਏ, ਠੀਕ ਹੈ। ਨਾਓ ਹੇਅਰ ਇਜ਼ ਦ ਸ਼ਿਫਟ ਜਨਾਬ 10ਵੀਂ ਆਇਤ ਤੋਂ ਨਾਓ ਹੀ ਇਜ਼ ਕਮਿੰਗ ਟੂ ਸੈਲਫ ਅਸੈਸਮੈਂਟ। ਔਰ ਸੈਲਫ ਅਸੈਸਮੈਂਟ ਕੀ ਹੈ? ਜਰਾ 10ਵੀਂ ਆਇਤ ਪੜ੍ਹੋ ਜੀ, ਕੀ ਕਹਿੰਦਾ ਹੈ? ਤਾਂ ਮੈਂ ਕਹਿੰਦਾ ਮੇਰੇ ਲਈ ਦੁੱਖ ਦੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਪਰਮ ਪ੍ਰਧਾਨ ਦਾ ਬਲੀ ਹੱਦ ਬਦਲ ਗਿਆ ਹੈ। ਹਾਂਜੀ 10ਵੀਂ ਆਇਤ ਹੈ। ਹਾਂਜੀ अच्छा, तो थोड़ा को नंबरिंग फर्क होनी है, लेकिन इतने 10वीं आयत साढ़े को कह रहा है फिर मैंने कहा ये मेरी ही कमजोरी है। इंटरेस्टिंगली दैट सी द शिफ्ट कि एक्चुअली थॉट प्रोसेस सारा कुछ करने के बाद वो की कह रहा है, ही इज रियलाइजिंग एक्चुअली खुदा ते इंज नहीं करता ना खुदा ने कीता वे, वो कहने असल च मेरी कमजोरी है, आंदा है एक्चुअली मेरी वीकनेस है, सेल्फ असेसमेंट करदा है एंड ही कन्फेस कि मैं जिन्ने इल्जाम खुदा ते ला रहा हूं दे आर रॉन्ग, ओके, कहने कि मैं गलत ग्राउंड पे खलोता आया हूं, ठीक है। और कहना मेरी ही कमजोरी है, क्यों? अगेन मेमोरी, मैं तो हक ताला की कुदरत के जमाने को याद करूंगा, अगेन आंदा मैं याद करांगा दोबारा, मैं दोबारा मेरी मेमोरी रिकिंडल होएगी, दोबारा मेरे गीत मैनू याद होंगे, दोबारा मेरी खुदा नाल रिलेशनशिप मैनू याद आएगा, मेरे फैले हुए हाथ याद होंगे, मेरा कंटेम्पलेट मैनू याद आएगा, मेरी मेमोरी शॉर्ट टर्म मेमोरी लॉस जिहड़ा है ना वो खत्म हो जाएगा और मैं डिमेंशिया तो बाहर आ जावांगा और मैं दोबारा तो कनेक्ट करांगा कि मेरी खुदा दे नाल मेमोरी जिहड़ी है ओके हो जाइए। ना सिर्फ करदा वे कि मैं ਉਹਦੇ ਕੰਮਾਂ ਨੂੰ ਜ਼ਮਾਨੇ ਨੂੰ याद करांगा, बल्कि मैं खुदा दे ਕੰਮਾਂ ਦਾ ਜ਼ਿਕਰ I will proclaim, I will preach, I will proclaim। ਉਹਦੀ वजह की है क्योंकि मुझे तेरे जीव काम दोबारा याद आएंगे, अगेन मेमोरी। तो तुम वेखिया कि होप सारी जिहड़ी है किहदे ते वे, मेमोरी ते। सो याद करूंगा, फिर आंदा मैं तेरी सारी सनत पर ध्यान, कंटेम्पलेट, अगेन सेम वर्ड। सो ਅਸੀਂ ਵੇਖਦੇ ਹਾਂ ਜੀ ਕਿ ਜਿਹੜੀ ਇਹ ਫਰੇਜ਼ ਹੈ ਨਾ ਜਿਹੜੀ ਲੈਟ ਮੀ ਰਿਮੈਂਬਰ, ਲੈਟ ਮੀ ਕੰਟੈਂਪਲੇਟ, ਤੀਸਰੀ ਆਇਤ ਵਿੱਚ
ਫਿਰ 6ਵੀਂ ਆਇਤ ਦੇ ਵਿੱਚ let me remember, let me contemplate, again 11ਵੀਂ ਤੇ 12ਵੀਂ ਆਇਤ let me remember, let me contemplate। ਸੋ ਪੂਰੇ ਦਾ ਪੂਰਾ 3 ਫਰੇਜ਼ਾਂ ਜਿਹੜੀਆਂ ਜੋੜਾ ਕਰਕੇ ਜਿਹੜਾ ਵੇ ਨਾ ਇਹ 3 ਹਿੱਸਿਆਂ ਚ again and again repeat ਹੋਈਆਂ ਨੇ, again and again repeat ਹੋਈਆਂ ਨੇ। So that's the structure of this psalm, beautifully crafted and based on his relationship, previous God's act of mercy and justice and redemption, ਔਰ ਉਹਨੂੰ ਫਿਰ ਉਹ ਦੁਬਾਰਾ ਕੀ ਕਰਦਾ ਵੇ, ਉਹਨੂੰ ਮੈਮਰੀ ਉਹਦੀ ਦੁਬਾਰਾ ਰੀਕਿੰਡਲ ਹੁੰਦੀ ਯਾਦ ਕਰਦਾ। ਮੈਂ ਤੇਰੇ ਕੰਮਾਂ ਨੂੰ ਸੋਚਾਂਗਾ। ਅੱਛਾ, ਅਸੀਂ ਇਹਨੂੰ ਵਾਈਂਡ ਅਪ ਕਰ ਲੱਗਿਆ ਹੁਣ। ਜਿਹੜਾ ਤੀਸਰਾ ਪਾਰਟ ਹੈ ਨਾ 15ਵੀਂ ਆਇਤ ਤੋਂ ਸਲਾਹ ਤੋਂ ਬਾਅਦ, ਉੱਥੇ ਤੁਸੀਂ ਵੇਖੋਗੇ ਕਿ 16ਵੀਂ ਆਇਤ ਤੋਂ ਜਿਹੜਾ ਵੇ ਨਾ ਉਹ ਇੱਕ ਵਾਕਿਆ ਦਾ ਜ਼ਿਕਰ ਕਰਦਾ ਵੇ, ਔਰ ਵਾਕਿਆ ਜਿਹੜਾ ਵੇ ਉਹ ਖਰੂਜ 15ਵੇਂ ਬਾਬ ਦੇ ਵਿੱਚ। ਅਗਰ ਤੁਸੀਂ ਖਰੂਜ 15 ਬਾਬ ਕੱਢੋ ਨਾ, ਤੇ ਜਿਹੜਾ ਵੀ ਕੱਢੇ ਮੈਂ ਹਵਾਲਾ ਤੁਹਾਨੂੰ ਘੱਲਿਆ ਵੇ, ਉਹਦਾ ਰੈਫਰੈਂਸ ਪੜ੍ਹ ਦਿਓ, ਜਿਹੜਾ ਵੇ ਨਾ ਪੰਜਾਬੀ ਚ ਜਾਂ ਉਰਦੂ ਚ। ਸਿਸਟਰ ਜੋਤੀ ਬਲਕਿ ਪੰਜਾਬੀ ਚ ਪੜ੍ਹਿਓ ਤਾਂ ਕਿ ਅਸੀਂ ਇਹਨੂੰ ਪੰਜਾਬੀ ਸੁਣ ਸਕੀਏ। ਫਿਰ ਮੈਂ ਤੁਹਾਨੂੰ ਇਹਦਾ ਫਾਈਨਲ ਇੱਕ ਜਿਹੜਾ ਸਟਰਕਚਰ ਹੈ ਨਾ ਉਹ ਬਿਆਨ ਕਰਾਂਗਾ, ਦੈਨ ਵੀ ਵਿਲ ਬਾਈਂਡ। 15:3 ਇਸ ਤੇ ਮੈਂ 3 ਬਾਰ ਪੜਾਂਗੀ। 15 ਆਇਤ। ਪ੍ਰਭੂ ਵੱਡਾ ਯੋਧਾ ਹੈ, ਉਸਦਾ ਨਾਮ ਪ੍ਰਭੂ ਹੈ। ਮਿਸਰੀ ਫੌਜ ਦੇ ਰਥ ਸਵਾਰਾਂ ਨੂੰ ਉਸਨੇ ਸਾਗਰ ਵਿੱਚ ਬਹਾ ਦਿੱਤਾ, ਉਹਨਾਂ ਦੇ ਚੁਣੇ ਹੋਏ ਫੌਜੀ ਅਫਸਰਾਂ ਨੂੰ ਪਾਣੀ ਵਿੱਚ ਡੁਬੋ ਦਿੱਤਾ। ਡੂੰਘੇ ਸਾਗਰ ਨੇ ਉਹਨਾਂ ਨੂੰ ਆਪਣੇ ਅੰਦਰ ਢੱਕ ਲਿਆ, ਪੱਥਰ ਵਾਂਗ ਉਹ ਉਸਦੀ ਡੂੰਘਾਈ ਵਿੱਚ ਹੇਠਾਂ ਬੈਠ ਗਏ। ਓਕੇ ਜੀ, ਠੀਕ ਹੈ। ਸੋ ਵਾਕਿਆ ਕੀ ਬਿਆਨ ਕਰਨ ਡਿਆ ਵੇ ਕਿ ਜਦੋਂ ਬਨੀ ਇਸਰਾਇਲ ਕੌਮ ਨੂੰ ਖੁਦਾ ਮਿਸਰ ਚੋਂ ਕੱਢਿਆ ਵੇ, ਠੀਕ ਹੈ, ਤੇ ਖੁਦਾ ਨੇ ਜਿਹੜਾ ਬਹਿਰਾ ਕੁਲਜ਼ਮ ਸੀ, ਰੈਡ ਸੀ, ਉਹਨੂੰ ਖੁਦਾ ਨੇ ਕੀ ਕੀਤਾ ਵੇ, 2 ਹਿੱਸੇ ਕਰ ਦਿੱਤਾ। ਠੀਕ ਹੈ, ਪਿੱਛੇ ਫਰਾਉਨ ਦੀਆਂ ਫੌਜਾਂ ਨੇ, ਅੱਗੇ ਸਮੁੰਦਰ ਹੈ, ਦਰਮਿਆਨ ਚ ਖੁਦਾ ਦੀ ਕੌਮ ਹੈ। ਲੇਕਿਨ ਤੁਸੀਂ ਇਹ ਵੇਖੋਗੇ ਹੁਣ ਜਿਹੜੀ ਲੈਂਗੁਏਜ ਉਹਨੇ 15ਵੀਂ ਆਇਤ ਤੋਂ ਬਾਅਦ, ਬਲਕਿ 13ਵੀਂ ਆਇਤ ਤੋਂ ਜਿਹੜੀ ਉਹਨੇ ਲੈਂਗੁਏਜ ਯੂਜ਼ ਕੀਤੀ ਹੈ, that's the same language which is repeated and adopted from the book of Exodus chapter 15। ਵੇਖੋ ਮੈਂ ਤੁਹਾਨੂੰ 2 ਚੀਜ਼ਾਂ ਰਿਲੇਟ ਕਰਾਉਣਾ ਜਰਾ ਵੇਖਿਓ, ਤੁਹਾਨੂੰ ਉਹ ਰੈਜ਼ੋਨੈਂਸ ਉਹਦੀ ਕਿਵੇਂ ਨਜ਼ਰ ਆਏਗੀ, ਰੈਜ਼ੋਨੇਟ ਕਿਵੇਂ ਨਜ਼ਰ ਆਏਗੀ। ਨੰਬਰ 1 13ਵੀਂ ਆਇਤ ਤੇ ਲਿਖਿਆ ਵੇ, कौन सा देवता खुदा की मानिंद बड़ा है। ठीक है, तू वो खुदा है जो अजीब काम करता है। ओके जी, कौन सा देवता। हम जबूर अगर तुसी खरूज 15वें बाब ਵਿੱਚ ਆਓਗੇ ਨਾ ਤੇ 15ਵੇਂ ਬਾਬ ਦੀ ਅਗਰ ਤੁਸੀਂ 11ਵੀਂ ਆਇਤ ਪੜੋਗੇ ਨਾ तो ਤੁਹਾਨੂੰ ਉੱਥੇ सेम आइडिया, सेम लैंग्वेज नजर आएगी। और की कह रहा वे, मबूदों में खुदावन तेरी मानिंद कौन है, कौन है जो तेरी मानिंद अपने तकद्दुस के बायस जलाली और अपनी मदहा के सबब से रोब वाला और साहिब करामात है, अनमैचेबल गॉड। कहता जी कोई नहीं तेरे वर्गा। ठीक है ना। अच्छा, उसके बाद कहता जी तूने याकूब और बनी यूसुफ को फिदिया देकर, तो दैट्स द एक्सोडस, दैट्स द पैसओवर, ਜਦੋਂ ਨਿਕਲੇ ਨੇ ਜਿਹੜੀ ਰਾਤ ਨੂੰ। ਫਿਰ ਅੱਗੇ 16ਵੀਂ ਆਇਤ ਤੋਂ ਵੇਖੋ, ਉਹ ਪੂਰੇ ਉਸ ਵਾਕਿਆ ਨੂੰ ਬਿਆਨ ਕਰਦਾ ਹੈ। ਸਮੁੰਦਰਾਂ ਦਾ ਗਹਿਰਾਓ, ਬਦਲ ਤੇ ਅਫਲਾਕ ਤੇ ਪਾਣੀ ਤੇ ਬਰਕ, ਜ਼ਮੀਨ ਲਰਜ਼ੀ, ਤੇਰੀ ਰਾਹ ਸਮੁੰਦਰ ਨੇ ਵੀ ਰਾਹ ਦੇ ਦਿੱਤਾ। ਆਂਦਾ ਤੇਰੇ ਨਕਸ਼ੇ ਕਦਮ, ਯਾਨੀ ਤੇਰੇ ਪੈਰਾਂ ਦੇ ਕੋਈ ਨਿਸ਼ਾਨ ਨਹੀਂ ਲੱਭੇ, ਲੇਕਿਨ ਸਮੁੰਦਰ ਤੇਰੇ ਅੱਗੋਂ ਹਟ ਗਿਆ। ਠੀਕ ਹੈ। ਔਰ ਅਸੀਂ ਵੇਖਦੇ ਹਾਂ ਕਿ ਸੇਮ ਥਿੰਗ, ਸੇਮ ਲੈਂਗੁਏਜ has been used by Miriam and Moses। ठीक है, लिखा तब, क्योंकि 15वीं आयत ਦੇ ਵਿੱਚ ਜਿਹੜਾ 15वें बाब ਦੀ ਪਹਿਲੀ आयत ਕਿਹਦਾ गीत है, मूसा और बनी इस्राइल ने खुदावंद के लिए ये गीत गाया। इंटरेस्टिंग। ठीक है, ਇਹ ਵੀ ਕੀ ਕਹਿ ਰਿਹਾ ਜੀ, ਮੈਂ ਕੀ ਯਾਦ ਕਰਨਾ ਵਾ, ਮੈਂ ਗੀਤ ਯਾਦ ਕਰਨਾ ਵਾ। ਓਕੇ, ਔਰ ਇੱਥੇ ਵੀ ਵੇਖਦੇ ਆ ਆਉਂਦਾ ਜੀ ਕਿ मूसा ਨੇ ਜਦੋਂ ਉਹਨਾਂ ਵਿਕਟਰੀ ਕੀਤੀ ਹੈ, ਜਦੋਂ ਨਿਕਲੇ ਨੇ, ਖੁਦਾ ਉਹਨਾਂ ਨੂੰ ਲੈ ਕੇ ਨਿਕਲਿਆ ਵੇ ਸਮੁੰਦਰ ਦੇ ਵਿੱਚੋਂ, ਤੇ ਉਹਨਾਂ ਨੂੰ ਗੀਤ ਯਾਦ ਆਇਆ। ਸੋ ਮੇਰੇ ਜੀਜ਼ੋ, ਅਸੀਂ ਵੇਖਦੇ ਆ ਕਿ ਜ਼ਬੂਰ ਨੰਬਰ 77 ਜਿਹੜਾ ਹੈ ਨਾ, ਉਹ ਸਾਡੀ ਰਹਿਨਮਾਈ ਕਰਦਾ ਵੇ ਕਿ ਨੰਬਰ 1 ਅਸੀਂ ਜਦੋਂ ਮੁਸੀਬਤ ਪਰੇਸ਼ਾਨੀ ਚ ਹੋਈਏ, ਵੀ ਕੈਨ ਕ੍ਰਾਈ ਆਊਟ ਟੂ ਗॉड। ਕਈ ਵਾਰੀ ਅਸੀਂ ਬੜੇ ਚੁੱਪ ਕਰਕੇ ਤੇ ਬੜੇ ਹੰਬਲ ਹੋ ਕੇ ਵੀ ਦੁਆ ਕਰਨਾ, ਲੇਕਿਨ ਕਈ ਵਾਰੀ ਖੁਦਾ ਅੱਗੇ ਸ਼ਾਊਟ ਕਰਨਾ ਜਿਹੜਾ ਹੈ ਨਾ, ਦੈਟ ਹੈਲਪ ਅਸ ਆਊਟ। ਉਹ ਸਾਡੀ ਥੋੜੀ ਜਿਹੀ ਨਾ ਸਟ੍ਰੈਸ ਨੂੰ ਕੱਢ ਦਿੰਦਾ ਵਾ। ਠੀਕ ਹੈ, ਸਾਡੇ ਜਦੋਂ ਅਸੀਂ ਖੁਦਾ ਅੱਗੇ ਰੋਂਦੇ ਆ, ਕਰਲਾਉਂਦੇ ਆ, ਇਸ ਲਈ ਕੰਗਰੀਗੇਸ਼ਨਲ ਸਿੰਗਿੰਗ ਜਿਹੜੀ ਹੈ ਨਾ, ਔਰ ਖੁਦਾ ਦੇ ਲੋਕਾਂ ਨਾਲ ਰਲ ਕੇ ਖੁਦਾ ਦੀ ਹਜ਼ੂਰੀ ਚ ਜ਼ਬੂਰ ਜਾਂ ਗੀਤ ਗਾਣਾ, that is the healing process। ਕਈ ਲੋਕੀ ਨੂੰ ਨਹੀਂ ਸਮਝਦੇ, ਕਈ ਲੋਕੀ ਸਮਝਦੇ ਨੇ ਕਿ ਸ਼ਾਇਦ ਖੁਦਾ ਦੇ ਘਰ ਜਾਣਾ, ਮੈਂ ਸਾਨ ਕਰਨਾ ਪਾਦਰੀ ਤੇ ਜਾਂ ਲੋਕਾਂ ਤੇ ਜਾ ਕੇ। ਠੀਕ ਹੈ, ਇਹ ਜਿਹੜਾ ਕੋਈ ਸੀਨ ਨਹੀਂ। ਖੁਦਾ ਦੇ ਲੋਕਾਂ ਦੇ ਨਾਲ ਰਲ ਕੇ ਜਦੋਂ ਅਸੀਂ ਗਾਉਂਦੇ ਆ, ਜਦੋਂ ਅਸੀਂ ਆਪਣੀ ਆਵਾਜ਼ ਖੋਲਦੇ ਆ, ਐਕਚੁਅਲੀ ਦਿਸ ਇਜ਼ ਅ ਹੀਲਿੰਗ ਪ੍ਰੋਸੈਸ। ਅਸੀਂ ਆਪਣੇ ਸਟ੍ਰੈਸ ਨੂੰ ਆਊਟ ਕਰਨਾ ਆ, ਖੁਦਾ ਸਾਨੂੰ ਰਿਲੀਜ਼ ਕਰਦਾ ਉਹਨਾਂ ਬੰਧਨਾਂ ਤੋਂ। ਠੀਕ ਹੈ, ਦੇ ਆਰ ਬੌਂਡ ਚ ਹੁੰਦੇ ਨਾ, ਅਸੀਂ ਬੌਂਡ ਹੋ ਜਾਂਦੇ ਆ, ਅਸੀਂ ਡਿਪਰੈਸ਼ਨ ਵਿੱਚ ਆ ਜਾਂਦੇ ਆ, ਅਸੀਂ ਆਪਣੇ ਆਪ ਨੂੰ ਕੈਦ ਮਹਿਸੂਸ ਕਰਨਾ ਹੈ। ਜਦੋਂ ਅਸੀਂ ਖੁਦਾ ਦੀ ਹਮਦੋਸ ਨਾਲ ਰਲ ਕੇ ਜਮਾਤ ਦੇ ਨਾਲ ਕਰਨੇ ਆ, ਉਹ ਦੈਟ ਗਿਵ ਅਸ ਅ ਫਰੀडम। ਠੀਕ ਹੈ,
ਉਹਦੇ 'ਚ ਕੋਈ ਨਹੀਂ ਬਹਿੰਦਾ ਕਿ ਤੁਹਾਡੀ ਆਵਾਜ਼ ਸੁਰੀਲੀ ਹੈ ਬੇਸੁਰੀ ਹੈ ਜੋ ਵੀ ਹੈ ਵੀ ਆਰ ਆਲ ਪੋਰਿੰਗ ਆਵਰ ਹਾਰਟ ਐਂਡ ਆਵਰ ਪ੍ਰੇਜ਼ ਟੂ ਗॉड ਸੋ ਦੈਟਸ ਵੈਰੀ ਇੰਪੋਰਟੈਂਟ ਸਾਡੀ ਟੋਨ ਜਿਹੜੀ ਹੈ ਉਹ ਹੋਣੀ ਚਾਹੀਦੀ ਐਟੀਟਿਊਡ ਜਿਹੜਾ ਵੇ ਖੁਦਾ ਸਾਹਮਣੇ ਉਹ ਕਹਿੰਦਾ ਤੁਸੀਂ ਵੇਖੋਗੇ ਪਹਿਲਾਂ ਸ਼ਿਕਵੇ ਸ਼ਿਕਾਇਤ ਤੋਂ ਬਾਅਦ ਚੋਂ ਖੁਦਾ ਦੀ ਪ੍ਰੇਜ਼ ਤੇ ਆ ਗਿਆ ਠੀਕ ਹੈ ਪਹਿਲਾਂ ਉਹਨੇ ਪ੍ਰੋਟੈਸਟ ਕੀਤਾ ਵੇ ਦੈਨ ਹੀ ਕਮ ਟੂ ਗॉड्स ਪ੍ਰੇਜ਼ ਸੋ ਅਸੀਂ ਕਹਿੰਦੇ ਆ ਕਿ ਇਹਦੇ ਵਿੱਚ ਜਿਹੜਾ ਉਹਦੀ ਡੀਪ ਫੀਲਿੰਗ ਨੇ ਜਿਹੜੀਆਂ ਜਿਹੜੇ ਉਹਦੇ ਇਮੋਸ਼ਨਲ ਰੋਲਰ ਕੋਸਟਰ ਉਹਨੇ ਜਿਹੜਾ ਫੇਸ ਕੀਤਾ ਵੇ ਨਾਓ ਹੀ ਇਜ਼ ਕਮਿੰਗ ਟੂ ਕਨਕਲੂਜਨ ਠੀਕ ਹੈ ਔਰ ਕਨਕਲੂਜ ਕੀ ਕਰਦਾ ਵੇ ਖੁਦਾਵੰਦ ਮੈਂ ਜਦੋਂ ਆਪਣੇ ਗੀਤਾਂ ਨੂੰ ਮੈਂ ਆਪਣੇ ਪਸਤਸ਼ ਨੂੰ ਯਾਦ ਕਰਨਾ ਵਾ ਤੇਰੇ ਕੰਮਾਂ ਨੂੰ ਯਾਦ ਕਰਨਾ ਵਾ ਮੈਂ ਉਹਨਾਂ ਦਾ ਜ਼ਿਕਰ ਕਰਨਾ ਵਾ ਮੈਂ ਉਹਨਾਂ ਨੂੰ ਬਿਆਨ ਕਰਨਾ ਵਾ ਸੋ ਅਸੀਂ ਵੀ ਜਿਹੜੇ ਲੋਕ ਪਰੇਸ਼ਾਨ ਨੇ ਨਾ ਅੱਜ ਕੱਲ੍ਹ ਦੇ ਦੌਰ ਦੇ ਵਿੱਚ ਜਾਂ ਉਂਝ ਵੀ ਲੋਕ ਸੁਣਨ ਵੀ ਡਏ ਨੇ ਤੁਸੀਂ ਆਪਣੀ ਲਾਈਫ ਨੂੰ ਕੰਪੇਅਰ ਕਰਕੇ ਵੇਖੋ ਅੱਜ ਤੋਂ 5-10 ਸਾਲ ਪਹਿਲਾਂ ਔਰ ਅੱਜ ਦਾ ਐਂਡ ਦੈਨ ਇਟ ਵਿਲ ਗਿਵ ਯੂ ਅ ਨੈਵੀਗੇਟਰ ਕਿ ਐਕਚੁਅਲੀ ਕਿਵੇਂ ਖੁਦਾ ਜਿਹੜਾ ਵੇ ਤੁਹਾਡੀ ਹੈਲਪ ਕਰਦਾ ਵੇ ਟੂ ਟੇਕ ਯੂ ਟੂ ਦ ਫਿਊਚਰ ਸੋ ਇਸ ਲਈ ਅਗਰ ਅੱਜ ਤੁਹਾਡਾ ਡੀਪ ਹੈ ਅੱਜ ਤੁਹਾਡਾ ਅਗਰ ਡਾਰਕ ਹੈ ਅੱਜ ਤੁਹਾਡਾ ਅਗਰ ਡਿਪਰੈਸ਼ਨ ਦੇ ਵਿੱਚ ਡੋਂਟ ਟੇਕ ਇਟ ਸੀਰੀਅਸਲੀ pour out in front of God remember your songs and praise और खुदा के सामने contemplate करो खुदा के कलाम से contemplate करो उन्हां सारे खुदा दे मौजज़ां नूं याद करो खुदा तुहाडी जिंदगी च कीते ने and that will lift you up और तुहानूं ਉਹ ਤੁਹਾਡੀ ਹੋਪਲੈਸਨੈਸ ਦੇ ਵਿੱਚੋਂ ਤੁਹਾਡੀ ਮੁਸੀਬਤ ਦੇ ਵਿੱਚੋਂ ਤੁਹਾਡੇ ਪਰੇਸ਼ਾਨੀ ਦੇ ਵਿੱਚੋਂ ਉਹ ਤੁਹਾਨੂੰ ਕੱਢੇਗਾ ਸੋ ਤੁਹਾਡੀ ਅਗਰ ਸ਼ਾਰਟ ਟਰਮ ਮੈਮਰੀ ਗਜਨੀ ਵਾਂਗੂ ਲਾਸਟ ਹੋ ਗਈ ਹੈ ਠੀਕ ਹੈ ਔਰ ਅਗਰ ਤੁਸੀਂ ਡਾਇਮੈਂਸ਼ੀਆ ਸਪਿਰਿਚੁਅਲ ਡਾਇਮੈਂਸ਼ੀਆ ਦੇ ਮਰੀਜ਼ ਹੋ ਗਏ ਹੋ that is the time to recall your memory and share what God has done in your life ਖੁਦਾ ਤੁਹਾਨੂੰ ਸਾਰਿਆਂ ਨੂੰ ਸਾਡੀ ਮੈਮਰੀ ਰੀਸਟੋਰ ਕਰਨ ਦੇ ਵਿੱਚ ਔਰ ਖੁਦਾ ਦੇ ਨਾਲ ਸਾਡੇ ਰਿਲੇਸ਼ਨਸ਼ਿਪ ਨੂੰ ਰੀਸਟੋਰ ਕਰਨ ਵਿੱਚ ਸਾਡੀ ਮਦਦ ਕਰੇ ਆਮੀਨ Amen. Thank you, Pastor Ji. मैं invite कर दी आंटी ज्योति ने कि वो अपने सवाल अपनी commentaries सारे नाल share करन. ਓਕੇ ਇੱਕ ਵਾਰ ਫਿਰ ਸਾਰਿਆਂ ਨੂੰ ਜੈ ਮਸੀਹ ਦੀ ਮੇਰ ਵੱਲੋਂ ਇਹ ਜਿਹੜਾ ਜ਼ਬੂਰ ਹੈ ਅੱਜ ਦਾ 77 ਜ਼ਬੂਰ 77 ਇਹ ਖਾਸ ਕਰਕੇ ਉਹਨਾਂ ਦਿਨਾਂ ਦੀ ਯਾਦ ਵਿੱਚ ਮੈਨੂੰ ਲੱਗਦਾ ਲਿਖਿਆ ਜਦੋਂ ਮੂਸਾ ਦੇ ਸਮੇਂ ਦਾ ਹੈ ਇਹ ਪੂਰਾ ਕਿਉਂਕਿ ਉਸ ਦਾ ਪੂਰਾ ਜ਼ਿਕਰ ਇਸ ਦੇ ਵਿੱਚ ਹੈ ਔਰ ਇਸ ਦੀ ਜਿਹੜੀ 11 12 13 ਆਇਤ ਹੈ ਜਿਹੜੀ 13ਵੀਂ ਆਇਤ ਹੈ ਕਿ हे परमेश्वर तेरा राह पवित्र है तेरे वर्गा दूजा कोई देवता नहीं उसने खुदा की तारीफ की है कि प्रभु दे वर्गा कोई भी नहीं है और उस तो इलावा होर कोई दूसरा देवता नहीं क्योंकि खुदा ही है एक ही प्रभु है एक ही ਸਾਡਾ ਮੁਕਤੀਦਾਤਾ ਹੈ ਜਿਸਨੇ ਸਾਨੂੰ ਬਣਾਇਆ ਹੈ ਉਸਨੇ ਇਸ ਦੇ ਵਿੱਚ ਉਸਨੂੰ ਲੋਕਾਂ ਨੂੰ ਵੀ ਇਹ ਦੱਸਿਆ ਆਪਣੇ ਸ਼ਬਦਾਂ ਦੇ ਰਾਹੀਂ ਕਿ ਇੱਕੋ ਹੀ ਖੁਦਾ ਹੈ ਇੱਕ ਹੀ ਕੋਈ ਉਸ ਤੋਂ ਇਲਾਵਾ ਹੋਰ ਕੋਈ ਦੇਵਤਾ ਨਹੀਂ ਜਿਸ ਤਰ੍ਹਾਂ ਉਸ ਟਾਈਮ ਬਹੁਤ ਸਾਰੇ ਦੇਵਤੇ ਲੋਕੀ ਜੋ ਪੁਰਾਣੇ ਨਿਯਮ ਦੇ ਵਿੱਚ ਬਹੁਤ ਸਾਰੇ ਦੇਵਤਿਆਂ ਨੂੰ ਮੰਨਦੇ ਸੀ ਪਰ ਇਸਨੇ ਇਸ ਦੇ ਵਿੱਚ ਜ਼ਿਕਰ ਕੀਤਾ ਹੈ ਔਰ ਇਸ ਦੀ ਜਿਹੜੀ 19 ਆਇਤ ਹੈ ਮੈਨੂੰ ਬਹੁਤ ਵਧੀਆ ਲੱਗੀ ਤੂੰ ਸਮੁੰਦਰਾਂ ਵਿੱਚੋਂ ਦੀ ਲੰਘ ਗਿਆ ਤੇ ਤੂੰ ਆਪਣੇ ਵੱਡੇ ਪਾਣੀ ਨੂੰ ਤੁਰ ਕੇ ਪਾਰ ਕੀਤਾ ਇਹ ਉਸ ਟਾਈਮ ਦੀ ਗੱਲ ਹੈ ਜਦੋਂ ਰਾਜਾ ਫਰੌਨ ਸੀਗਾ ਔਰ ਮੂਸਾ ਦੀ ਸੈਨਾ ਜਦੋਂ ਨਾਲ ਮੂਸਾ ਦੇ ਨਾਲ ਲੋਕ ਸੀਗੇ ਤਾਂ ਮੂਸਾ ਨਿਕਲ ਗਏ ਅੱਗੇ ਪਰ ਪਿੱਛੇ ਪ੍ਰਭੂ ਨੇ ਉਸਨੇ ਕਿਹਾ ਪਿੱਛੇ ਕੋਈ ਚਿੰਨ੍ਹ ਨਹੀਂ ਰਿਹਾ ਉਸਨੇ ਇਸ ਤਰ੍ਹਾਂ ਕਰ ਦਿੱਤਾ ਕਿ ਜਿੰਨੇ ਵੀ ਪਿੱਛੇ ਸੈਨਾ ਆ ਰਹੀ ਸੀ ਪ੍ਰਭੂ ਨੇ ਸਭ ਕੁਝ ਉਹ ਖਤਮ ਕਰ ਦਿੱਤਾ ਸੀ ਔਰ ਮੂਸਾ ਦੇ ਨਾਲ ਜਿੰਨੇ ਵੀ ਲੋਕ ਸੀ ਉਹ ਬਿਲਕੁਲ ਸੇਫਲੀ ਉੱਥੋਂ ਨਿਕਲ ਗਏ ਸੀ ਔਰ ਖੁਦਾਵੰਦ ਤੂੰ ਆਪਣੇ ਲੋਕਾਂ ਦੀ ਇੱਕ ਇੱਜ਼ਤ ਦੇ ਰੂਪ ਵਿੱਚ ਅਗਵਾਈ ਕੀਤੀ ਉਸਨੇ ਕਿਹਾ ਕਿ ਤੂੰ ਇੱਕ ਮੰਡਲੀ ਦੀ ਤਰ੍ਹਾਂ ਉਹਨਾਂ ਦੀ ਰਖਵਾਲੀ ਕੀਤੀ ਉਹਨਾਂ ਦੇ ਅੱਗੇ ਰਿਹਾ ਉਹਨਾਂ ਦੇ ਪਿੱਛੇ ਰਿਹਾ ਤੂੰ ਹਰ ਵਕਤ ਉਹਨਾਂ ਦੇ ਸਾਥ ਸੀ ਔਰ ਤੂੰ ਮੂਸਾ ਤੇ ਹਾਰੂਨ ਦੇ ਰਾਹੀਂ ਉਹਨਾਂ ਦੇ ਅੱਗੇ ਰਿਹਾ ਇਹ ਉਸਦੇ ਨਾਲ ਉਸਨੇ ਕਿਹਾ ਕਿ ਤੂੰ ਉਹਨਾਂ ਦੀ ਮਦਦ ਕੀਤੀ ਉਹਨਾਂ ਨੂੰ ਉੱਥੋਂ ਕੱਢ ਕੇ ਲੈ ਕੇ ਆਇਆ ਉਹਨਾਂ ਨੂੰ ਕੋਈ ਦੁੱਖ ਤਕਲੀਫ ਨਹੀਂ ਹੋਣ ਦਿੱਤੀ ਇੰਨੀ ਦੇਰ ਤੱਕ ਉਹ ਤੁਹਾਡੇ ਨਾਲ ਇਸੇ ਤਰ੍ਹਾਂ ਸਾਨੂੰ ਵੀ ਹੋਣਾ ਚਾਹੀਦਾ ਕਿ ਪ੍ਰਭੂ ਦੇ ਵਿੱਚ ਵਿਸ਼ਵਾਸ ਕਰਨਾ ਚਾਹੀਦਾ ਕਿਉਂਕਿ ਇੱਕ ਹੀ ਖੁਦਾ ਹੈ ਇੱਕ ਹੀ ਪ੍ਰਭੂ ਹੈ ਜਿਸਨੇ ਸਭ ਕੁਝ ਬਣਾਇਆ ਜ਼ਮੀਨ ਅਸਮਾਨ ਜੋ ਵੀ ਅੱਜ ਅਸੀਂ ਦੇਖਦੇ ਹਾਂ ਖੁਦਾਵੰਦ ਹੀ ਰਚੇ ਹੋਏ ਸਾਰੀ ਚੀਜ਼ ਹੈ ਔਰ ਇਸ ਤੋਂ ਇਲਾਵਾ ਕੋਈ ਹੋਰ ਦੂਸਰਾ ਦੇਵਤਾ ਨਹੀਂ ਪ੍ਰਭੂ ਨੂੰ ਤੁਸੀਂ ਮੰਨਣ ਵਾਲੇ ਜਦੋਂ ਬਣ ਜਾਂਦੇ ਆ ਤੁਹਾਨੂੰ ਆਪਣੇ ਆਪ ਪਵਿੱਤਰ ਬਚਨ ਜਦੋਂ ਅਸੀਂ ਪੜ੍ਹਨਾ ਸ਼ੁਰੂ ਕਰਦੇ ਸਾਨੂੰ ਆਪਣੇ ਆਪ ਉਸਦੀ ਸਮਝ ਆਉਣੀ ਸ਼ੁਰੂ ਹੋ ਜਾਂਦੀ ਹੈ ਮੈਨੂੰ ਇਹ 2 ਆਇਤਾਂ 3 ਆਇਤਾਂ ਬਹੁਤ ਇਸ ਦੇ ਵਿੱਚ ਵਧੀਆ ਲੱਗੀਆਂ ਥੈਂਕ ਯੂ ਆਂਟੀ ਜੀ ਮੈਂ ਹੁਣ ਇਨਵਾਈਟ ਕਰਦੀ ਹਾਂ ਆਂਟੀ ਸਿੰਬਲ ਨੂੰ ਕਿ ਉਹ ਆਪਣੇ ਸਵਾਲ ਆਪਣੇ ਕਮੈਂਟਰੀ ਸਾਡੇ ਸਾਰਿਆਂ ਨਾਲ ਸ਼ੇਅਰ ਕਰਨ ਜੀ ਇਹ ਜ਼ਬੂਰ 77 ਜਿਹੜਾ ਹੈ ਇਹ ਦੱਸਦਾ ਹੈ ਕਿ ਮੁਸੀਬਤ ਦੇ ਵਕਤ ਸਾਨੂੰ ਤਸੱਲੀ ਕਿਸ ਤਰ੍ਹਾਂ ਮਿਲਦੀ ਹੈ ਤੇ ਆਸਿਫ ਨੇ ਆਪਣਾ ਡਿਪਰੈਸ਼ਨ ਦਾ ਦੱਸਿਆ ਹੈ ਉਹਨੇ ਦੱਸਿਆ ਹੈ ਕਿ ਮੈਂ ਕਿਸ ਤਰ੍ਹਾਂ ਮੁਸੀਬਤ 'ਚ ਆਪਣੇ ਖੁਦਾਵੰਦ ਨੂੰ ਆਵਾਜ਼ ਦੇਣਾ ਵਾ ਔਰ ਸਭ ਤੋਂ ਜ਼ਿਆਦਾ ਮੈਨੂੰ ਇਸ ਜ਼ਬੂਰ 'ਚ 6 ਸਵਾਲ ਜਿਹੜੇ ਨੇ ਇਹ ਮੈਨੂੰ ਇਹਨਾਂ ਦੇ ਉੱਤੇ ਮੈਂ ਥੋੜਾ ਜ਼ਿਕਰ ਕਰਾਂਗੀ ਆਇਤ ਨੰਬਰ 7
क्या खुदावंद हमेशा के लिए छोड़ देगा? क्या वो फिर कभी मेहरबान ना होगा? क्या उसकी शफकत हमेशा के लिए जाती रही? क्या उसका वादा अबद तक बातिल हो गया? क्या खुदा करम करना भूल गया? क्या उसने कहर से अपनी रहमत रोक ली? ਇਹ ਜਿਹੜੇ 6 ਸਵਾਲ ਨੇ ਇਹ ਬਹੁਤ ਇਹ ਨਹੀਂ ਕਿ ਸਿਰਫ ਆਸਿਫ ਹੀ ਬਲਕਿ ਅਸੀਂ ਸਾਰੇ ਜਦੋਂ ਅਸੀਂ ਮੁਸ਼ਕਿਲ 'ਚ ਪਰੇਸ਼ਾਨੀ 'ਚ ਦੁੱਖ 'ਚ ਤਕਲੀਫ 'ਚ ਹੁੰਦੇ ਆ ਤੇ ਇਹ ਐਜ਼ ਅ ਹਿਊਮਨ ਨੇਚਰ ਇਹ ਸਾਡੇ ਸਾਰਿਆਂ ਦੇ ਦਿਲ 'ਚ ਦਿਮਾਗ 'ਚ ਆਉਂਦੇ ਨੇ ਸਵਾਲ ਕਿ ਕੀ ਖੁਦਾਵੰਦ ਨੇ ਸਾਨੂੰ ਛੱਡ ਦਿੱਤਾ? ਕਿਉਂ ਖੁਦਾਵੰਦ ਸਾਡੇ ਤੇ ਰਹਿਮ ਕਿਉਂ ਨਹੀਂ ਕਰਦਾ? ਤੇ ਫਿਰ ਉਸ ਤੋਂ ਬਾਅਦ ਜਦੋਂ ਅੱਗੇ ਅਸੀਂ ਵੇਖਦੇ ਆ ਤੇ ਫਿਰ ਅਸੀਂ ਵੇਖਦੇ ਆ ਕਿ 10 ਆਇਤ ਤੇ ਉਹਨੇ ਫਿਰ ਦੱਸਿਆ ਹੈ ਕਿ ਜਦੋਂ ਮੈਨੂੰ ਪਤਾ ਲੱਗ ਗਿਆ ਕਿ ਇਹ ਮੇਰੀ ਆਪਣੀ ਕਮਜ਼ੋਰੀ ਹੈ ਕਿ ਮੈਂ ਖੁਦਾਵੰਦ ਦੀ ਸਾਰੇ ਅਜਾਇਬ ਉਹਦੇ ਅਜੀਬ ਕੰਮਾਂ ਨੂੰ ਜੋ ਕੁਝ ਉਹਨੇ ਸ਼ੁਰੂ ਤੋਂ ਕੀਤਾ ਉਹਨਾਂ ਸਭ ਨੂੰ ਮੈਂ ਭੁੱਲ ਗਿਆ ਸਾਂ ਤੇ ਹੁਣ ਮੈਨੂੰ ਫਿਰ ਸਭ ਕੁਝ ਯਾਦ ਆ ਗਿਆ ਹੈ ਕਿ ਮੇਰੇ ਖੁਦਾਵੰਦ ਨੇ ਮੇਰੇ ਲਈ ਕਿੰਨੇ ਵੱਡੇ ਵੱਡੇ ਮੌਜਜ਼ੇ ਕੀਤੇ ਔਰ ਮੈਨੂੰ ਇਹ ਸਵਾਲ ਖੁਦਾਵੰਦ ਕੋਲੋਂ ਨਹੀਂ ਪੁੱਛਣੇ ਚਾਹੀਦੇ ਸਨ ਤੇ ਇਸੇ ਤਰ੍ਹਾਂ ਮੈਂ ਤੁਹਾਨੂੰ ਸਾਰਿਆਂ ਨੂੰ ਵੀ ਇਹੀ ਕਹਾਂਗੀ ਕਿ ਜਦੋਂ ਵੀ ਖੁਦਾ ਨਾ ਖਾਸਤਾ ਤੁਹਾਡੇ ਉੱਤੇ ਕੋਈ ਮੁਸ਼ਕਿਲ ਪਰੇਸ਼ਾਨੀ ਦੁੱਖ ਤਕਲੀਫ ਆਂਦਾ ਤੇ ਇਹ ਸਵਾਲ 6 ਸਵਾਲ ਪੁੱਛਣ ਦੀ ਬਜਾਏ ਤੁਸੀਂ ਖੁਦਾਵੰਦ ਦੇ ਜਿੰਨੇ ਵੀ ਮੌਜਜ਼ੇ ਉਹਨੇ ਤੁਹਾਡੀ ਜ਼ਿੰਦਗੀ 'ਚ ਕੀਤੇ ਨੇ ਉਹਨਾਂ ਨੂੰ ਯਾਦ ਕਰੋ ਤੇ ਤੁਹਾਨੂੰ ਬੜੀ ਕੂਵਤ ਤੇ ਤਾਕਤ ਮਿਲੇਗੀ ਔਰ ਖੁਦਾਵੰਦ ਤੁਹਾਡੇ ਨਾਲ ਹੋਏਗਾ ਔਰ ਉਹ ਤੁਹਾਨੂੰ ਉਸ ਮੁਸ਼ਕਿਲ 'ਚੋਂ ਕੱਢੇਗਾ ਜੀ ਬਿਲਕੁਲ ਸਿਸਟਰ ਸਿੰਬਲ ਦੈਟਸ ਅ ਗੁੱਡ ਆਬਜ਼ਰਵੇਸ਼ਨ ਔਰ ਖਾਸ ਤੌਰ ਤੇ ਤੁਸੀਂ ਵੇਖੋ ਕਿ ਮੈਨੂੰ ਲੱਗਦਾ ਵੀ ਆਸਫ ਜਿਹੜਾ ਵੇ ਨਾ ਉਹ ਬੜਾ ਇਮੋਸ਼ਨਲ ਜਿਹਾ ਬੱਚਾ ਹੈ ਠੀਕ ਹੈ ਨਾ ਉਹ ਬੜੀ ਛੇਤੀ ਤਲਕ ਪੈਂਦਾ ਹੈ ਤੁਹਾਨੂੰ ਵੇਖਿਆ ਹੈਗਾ ਜ਼ਬੂਰ ਨੰਬਰ 73 ਵਿੱਚ ਵੀ ਕੀ ਕਹਿੰਦਾ ਵੀ ਮੇਰੇ ਪਾँव ਤੋਂ ਫਿਸਲਨੇ ਕੋ ਥੇ ਠੀਕ ਹੈ ਨਾ ਉਹਨੇ ਮੈਂ ਤਲਕ ਚਲਾ ਬੜਾ ਫਾੜੀ ਓਕੇ ਅੰਟਿਲ ਆਂਦਾ ਮੈਂ ਖੁਦਾ ਦੇ ਘਰ ਜਾ ਕੇ ਗੌਰ ਨਾ ਕੀਤਾ ਕਿ ਉਹਨਾਂ ਸ਼ਰੀਰਾਂ ਦਾ ਕੀ ਇੰਜਾਮ ਹੋਏਗਾ ਅੱਛਾ ਅਗੇਨ ਇੱਥੇ ਵੀ ਉਹ ਪਹਿਲਾਂ ਸ਼ੋਰ ਪਾ ਦਿੰਦਾ ਐਵੇਂ ਇਹ ਗੱਲ ਹੈ ਪਹਿਲਾਂ ਆਈ ਕ੍ਰਾਈ ਆਊਟ ਮੈਂ ਵਾਵਲਾ ਪਾੜਤਾ ਮੈਂ ਜਨਾਬ ਕਲਪਨਾ ਕਿਹਨੂੰ ਕਹੀਦਾ ਕਲਪਨਾ ਮੁਸ਼ਕਿਲ ਨੂੰ ਕਹੀਦਾ ਕਿਹਨੂੰ ਕਹੀਦਾ ਮੁਸ਼ਕਿਲ ਕਲਪਨਾ ਮਤਲਬ ਮੁਸ਼ਕਿਲ 'ਚ ਕਲਪਨਾ ਮੁਸ਼ਕਿਲ 'ਚ ਪਰੇਸ਼ਾਨ ਹੋ ਕੇ ਰੋਣਾ ਚਲਾਣਾ ਹਿੰਦੀ ਸਿਸਟਰ ਜੋਤੀ ਕਲਪਨਾ ਕਿਹਨੂੰ ਕਹੀਦਾ ਕਲਪਨਾ ਕਹਿੰਦੇ ਜਿੱਦਾਂ ਆਪਾਂ ਸੋਚੀਏ ਕੁਝ ਫਿਰ ਆਪਣੀ ਸੋਚ ਦੇ ਵਿੱਚ ਕੁਝ ਹੋਰ ਹੋਵੇ ਹਾਂ ਉਹਨਾਂ ਵਾਲੇ ਸਮੇਂ ਲਈ ਜਦ ਆਪਾਂ ਸੋਚਦੇ ਹਾਂ ਕਿ ਆਪਣੀ ਕਲਪਨਾ ਮਤਲਬ ਐਵੇਂ ਫ੍ਰੀ ਦੀ ਬਿਨਾ ਜਿਹੜੀ ਚੀਜ਼ਾਂ ਲੈ ਆਈਆਂ ਬਣੇ ਨਾ ਉਹਨੂੰ ਪਹਿਲਾਂ ਇਮੇਜਿਨ ਕਰਕੇ ਬਹਿ ਜਾਣਾ ਉਹ ਹੋ ਗਿਆ ਉਹ ਮੇਰੇ ਤੇ ਬੱਚੇ ਮਰ ਜਾਣਗੇ ਮੇਰੇ ਤੇ ਬੱਚੇ ਆਪਣਾ ਜਿਹਨੂੰ ਕਿਹਾ ਜਾਂਦਾ ਕਿ ਜੋ ਡਰੱਗ ਲੈਣ ਲੱਗ ਪਣਗੇ ਉਹ ਜੀ ਮੇਰਾ ਤੇ ਕੁੜੀ ਕਿੱਲੇ ਜਿਵੇਂ ਅਮਰੀਕਾ ਜਾਂਦਾ ਜੀ ਕਿਤੇ ਹੋਰ ਨਾ ਟੁਰ ਜਾਏ ਮੁੰਡਾ ਕਿਤੇ ਹੋਰ ਨਾ ਟੁਰ ਜਾਏ ਜਨਾਬ ਅੱਛਾ ਬੱਚੇ ਹਲੇ ਸਕੂਲ ਵੀ ਨਹੀਂ ਜਾਣਾ ਸ਼ੁਰੂ ਹੋਏ ਤੇ ਪਹਿਲਾਂ ਹੀ ਇਮੇਜਿਨੇਸ਼ਨ ਕਰਕੇ ਨਾ ਭੈੜੀਆਂ ਚੀਜ਼ਾਂ ਖਤਰਨਾਕ ਚੀਜ਼ਾਂ ਪਹਿਲਾਂ ਹੀ ਘਰ 'ਚ ਬਹਿ ਜਾਣਾ ਉਹ ਇੰਝ ਹੋ ਜਾਏਗਾ ਉਹ ਹੋ ਜਾਏਗਾ ਮਤਲਬ ਅਜੀਬ ਭੈੜਾ ਹਾਲ ਮੰਦੇ ਦਿਹਾੜੇ ਲੋਕੀ ਕਰ ਸਕਦੇ ਜਿਹੜੀਆਂ ਚੀਜ਼ਾਂ ਨਹੀਂ ਵੀ ਨਾ ਹੋਣੀਆਂ ਉਹ ਵੀ ਇਮੇਜਿਨ ਕਰ ਲੈਂਦੇ ਨੇ ਠੀਕ ਨਾ ਤੇ ਮੈਨੂੰ ਅੰਦਾਜ਼ਾ ਲੱਗਣ ਡਿਆ ਆਸਫ ਦਾ ਵੀ ਨਾ ਇਹੀ ਹਾਲ ਹੈ ਉਹ ਲੱਗਦਾ ਇੰਝ ਹੀ ਹੈ ਕਿ ਜਿਵੇਂ ਨਿੱਕੀ ਨਿੱਕੀ ਗੱਲ ਤੋਂ ਐਵੇਂ ਪਰੇਸ਼ਾਨ ਹੋ ਜਾਂਦਾ ਨਾ ਬੰਦੇ ਦੇ ਹੱਥ ਨਹੀਂ ਕੁੱਟ ਜਾਂਦੇ ਉਹ ਐਵੇਂ ਘਰ ਦੇ ਵਿੱਚ ਪਤਾ ਹਰ ਘਰ 'ਚ ਇਹੋ ਜਿਹਾ ਬੰਦਾ ਹੁੰਦਾ ਹੈ ਠੀਕ ਹੈ ਉਹ ਨਿੱਕੀ ਜਿਹੀ ਗੱਲ ਤੋਂ ਐਵੇਂ ਜਨਾਬ ਖੱਪ ਪਾ ਦੇਗਾ ਠੀਕ ਹੈ ਨਾ ਉਹ ਜੀ ਹੋ ਜਾਏਗਾ ਉਹ ਹੋ ਜਾਏਗਾ ਐਵੇਂ ਬਲੱਡ ਪ੍ਰੈਸ਼ਰ ਹਾਈ ਕਰ ਦੇਗਾ ਸਾਰਿਆਂ ਦਾ ਆਪਣਾ ਵੀ ਖੱਪ ਪਾਏਗਾ ਠੀਕ ਹੈ ਸੋ ਥੀਸ ਆਰ ਪੀਪਲ ਲਾਈਕ ਦਿਸ ਲੇਕਿਨ ਹਰ ਵਾਰੀ ਆਸਫ ਦੀ ਇਹ ਗੱਲ ਬੜੀ ਅੱਛੀ ਹੈ ਉਹ ਪਹਿਲਾਂ ਆਪਣੇ ਸਾਰੇ ਪ੍ਰੋਬਲਮ ਆਪਣੇ ਸਾਰੇ ਇੰਟਰਨਲ ਇਮੋਸ਼ਨ ਨੂੰ ਸਾਰਿਆਂ ਨੂੰ ਜ਼ਿਕਰ ਕਰਦਾ ਐਂਡ ਦੈਨ ਹੀ ਸਵਿਚ ਐਂਡ ਸ਼ਿਫਟ ਦਾ ਗੀਅਰ ਠੀਕ ਹੈ ਫਿਰ ਉਹ ਗੇਅਰ ਨੂੰ ਸ਼ਿਫਟ ਕਰਦਾ ਕਹਿੰਦਾ ਨਹੀਂ ਅਸਲ 'ਚ ਇੰਝ ਨਹੀਂ ਹੈ ਮੈਨੂੰ ਇੰਝ ਲੱਗਿਆ ਸੀ ਇੰਝ ਲੇਕਿਨ ਇੰਝ ਅਸਲ 'ਚ ਹੈ ਨਹੀਂ ਹੈ ਠੀਕ ਹੈ ਨਾ ਓਕੇ ਐਕਚੁਅਲ ਅਸਲ 'ਚ ਇਹ ਇੰਝ ਹੋਣਾ ਵੇ ਤੇ ਮੈਂ ਤੇ ਐਵੇਂ ਪਰੇਸ਼ਾਨ ਹੋਣ ਡਿਆ ਮੈਂ ਤੇ ਐਵੇਂ ਸੋਚਣ ਡਿਆ ਠੀਕ ਹੈ ਨਾ ਮਤਲਬ ਵੀ ਆਲ resonate ourselves these kind of situation or even ਜਿਨ੍ਹਾਂ ਘਰਾਂ 'ਚ ਵੱਡੀਆਂ ਫੈਮਲੀਆਂ ਨੇ 3-4 ਲੋਕ ਨੇ ਉੱਥੇ ਤੇ ਵੇਖੋਗੇ ਕੋਈ ਨਾ ਕੋਈ ਇੱਕ ਬੰਦਾ ਤੁਹਾਨੂੰ ਜਿਹਦਾ ਜ਼ਰੂਰ ਮਿਲੇਗਾ ਉਹ ਨਿੱਕੀ ਜਿਹੀ ਗੱਲ ਤੋਂ ਹੀ ਨਾ ਐਵੇਂ ਗੱਡੀ ਦਾ ਪੈਟਰੋਲ ਅਗਰ ਘੱਟ ਹੋਏਗਾ ਰਾਹ ਦੇ ਵਿੱਚ ਹਵਾ ਘੱਟ ਹੋਏਗੀ ਉਹ ਹੁਣ ਕੀ ਕਰਾਂਗੇ ਟਾਇਰ ਪੈਂਚਰ ਹੋ ਗਿਆ ਰਾਹ ਕੀ ਕਰਾਂਗੇ ਉਹ ਪੈਟਰੋਲ ਮੁੱਕ ਗਿਆ ਫਿਰ ਕਰਾਂਗੇ ਪੈਟਰੋਲ ਰੱਖਿਆ ਜੇ ਕਿ ਨਹੀਂ ਉਹ ਪਾਣੀ ਨਾ ਹੋਇਆ ਫਿਰ ਮਤਲਬ ਐਵੇਂ ਖੱਪਾ ਬਗੈਰ ਕਿਸੇ ਵਜ੍ਹਾ ਤੋਂ ਸੋ ਆਸਫ ਦਾ ਵੀ ਸਟੋਰੀ ਮੈਨੂੰ ਇੰਝ ਦੀ ਲੱਗਣ ਡਈ ਹੈ ਲੇਕਿਨ ਇਸ ਜ਼ਬੂਰ ਦੇ ਵਿੱਚ ਇੱਕ ਬੜੀ ਇੰਟਰਸਟਿੰਗ ਸ਼ਿਫਟ ਜਿਹੜੀ ਮੈਂ ਆਬਜ਼ਰਵ ਕੀਤੀ ਅਸੀਂ ਇਹਨੂੰ ਵਾਈਂਡ ਅਪ ਕਰ ਰਿਹਾ ਮੈਂ ਦੱਸਣਾ ਚਾਹ ਰਿਹਾ ਹਾਂ ਪਹਿਲੀਆਂ ਜਿਹੜੀਆਂ 10 ਆਇਤਾਂ ਨੇ ਨਾ ਪਹਿਲੀਆਂ 10 ਆਇਤਾਂ ਦੇ ਵਿੱਚ ਉਹਨੇ 20 ਵਾਰੀ ਆਪਣਾ ਕਿਹਾ ਮੇਰੀ ਆਪਣੀ ਮੈਂ ਉਹਦਾ ਹਰ ਚੀਜ਼ ਫੋਕਸ ਕਿਹਦੇ ਤੇ ਵੇ ਆਪਣੇ ਤੇ ਵੇ ਤੇ ਸਿਰਫ ਉਹਨੇ 7 ਵਾਰੀ ਖੁਦਾ ਦਾ ਨਾਮ ਲਿਆ ਓਕੇ ਨਾਓ
ਹੁਣ ਜਦੋਂ ਉਹ 11ਵੀਂ ਆਇਤ ਤੋਂ ਗੇਅਰ ਸ਼ਿਫਟ ਕਰਦਾ ਨਾ ਜਦੋਂ, ਠੀਕ ਹੈ, ਔਰ ਉਹ ਜਦੋਂ ਦੁਬਾਰਾ ਫੋਕਸ ਰੀਫੋਕਸ ਕਰਦਾ, ਰੀਓਰੀਐਂਟ ਕਰਦਾ ਆਪਣੇ ਆਪ ਨੂੰ, ਠੀਕ ਹੈ ਨਾ, ਔਰ ਫਿਰ 20 ਵਾਰੀ ਖੁਦਾ ਦਾ ਨਾਮ ਲੈਂਦਾ ਵੇ ਤੇ ਸਿਰਫ 3 ਵਾਰੀ ਆਪਣੇ ਆਪ ਜ਼ਿਕਰ ਕਰਦਾ। ਸੋ ਦੈਟਸ ਇੰਟਰਸਟਿੰਗ ਸ਼ਿਫਟ। ਪਹਿਲਾਂ 20 ਵਾਰੀ ਮੈਂ, ਮੇਰੀ, ਆਪਣੀ, ਮੈਂ ਕਰਾਂਗਾ, ਮੈਂ ਸੋਚਿਆ, ਮੈਂ ਇੰਜ ਕਰ ਦਾਂਗਾ, ਬਾਵਲਾ ਪਾ ਦਾਂਗਾ, ਮੈਂ ਥੱਲੇ ਲੇਟ ਜਾਵਾਂਗਾ ਤੇ ਮੈਂ ਸਾਹ ਰੋਕ ਲਾਂਗਾ ਤੇ ਮੈਂ ਇੰਜ ਕਰ ਦਾਂਗਾ, ਮੈਂ ਉਹ ਕਰ ਦਾਂਗਾ, ਠੀਕ ਹੈ ਨਾ। ਉਹ ਭਾਈ ਹੱਥ ਥੋੜਾ ਰੱਖ। ਸੋ 7 ਵਾਰੀ ਖੁਦਾ ਦਾ ਨਾਮ ਲੈਂਦਾ, ਠੀਕ ਹੈ। ਐਂਡ ਦੈਨ ਜਦੋਂ ਸ਼ਿਫਟ ਹੁੰਦਾ ਵੇ ਤੇ 20 ਵਾਰੀ ਇੰਟਰਸਟਿੰਗਲੀ ਖੁਦਾ ਦੇ ਅੱਗੇ ਫਿਰ ਰੋਂਦਾ ਆਂਦਾ ਜੀ, ਖੁਦਾ ਸਾਰਾ ਕੁਝ ਕਰੇਗਾ, ਖੁਦਾ ਦੇ ਕੰਮਾਂ ਨੂੰ ਯਾਦ ਕਰਾਂਗਾ, ਔਰ ਸਿਰਫ 3 ਵਾਰੀ ਆਪਣੇ ਆਪ ਨੂੰ ਪਿੱਛੇ ਰਹਿ ਜਾਂਦਾ ਹੈ, ਠੀਕ ਹੈ। ਅਸੀਂ ਵੀ ਅੱਜ ਕੰਮ ਕਰਨਾ, ਜਦੋਂ ਸਾਡੇ ਸਾਹਮਣੇ ਕੋਈ ਸਿਚੁਏਸ਼ਨ ਚੈਲੰਜ ਹੁੰਦਾ ਨਾ, ਅਸੀਂ ਆਪਣੇ ਆਪ ਨੂੰ ਅੱਗੇ ਰੱਖਣਾ ਜੀ, ਮੈਂ ਇੰਜ ਤੇ ਮੇਰੀ ਉਹ ਤੇ ਮੇਰੀ ਉਹ ਤੇ ਫੂੰ ਫਾਂ ਕਰਦੇ ਰਹਿਣਾ, ਉਹਦਾ ਮੇਰਾ ਇੰਜ ਹੋ ਗਿਆ ਤੇ ਮੈਨੂੰ ਉਹਨੇ ਇੱਜ਼ਤ ਨਹੀਂ ਦਿੱਤੀ ਤੇ ਮੈਨੂੰ ਹਾਰ ਨਹੀਂ ਪਾਇਆ ਤੇ ਮੇਰਾ ਨਾਂ ਨਹੀਂ ਲਿਆ ਤੇ ਮੈਨੂੰ ਇੰਜ ਨਹੀਂ ਕੀਤਾ ਤੇ ਮੈਨੂੰ ਉਹ ਨਹੀਂ ਕੀਤਾ। ਐਂਡ ਦੈਨ ਹੀ ਰੀਅਲਾਈਜ਼ ਅੱਗੇ ਹੁੰਦਾ ਜਦੋਂ ਕੋਈ ਯਾਰ ਨਹੀਂ, ਐਕਚੁਅਲੀ ਦਿਸ ਇਜ਼ ਨਾਟ ਅਬਾਊਟ ਮੀ, ਦਿਸ ਇਜ਼ ਅਬਾਊਟ ਗॉड। ਮੇਰੀ ਤੇ ਕਹਾਣੀ ਕੋਈ ਨਹੀਂ ਇਹਦੇ ਵਿੱਚ, ਮੇਰਾ ਤੇ ਕੋਈ ਰੋਲ ਹੀ ਕੋਈ ਨਹੀਂ, ਕੰਮ ਤੇ ਸਾਰਾ ਖੁਦਾ ਦਾ। So that's a shifting moment, shifting gears actually ਜਦੋਂ ਅਸੀਂ ਵੀ ਇਹੋ ਜਿਹੇ ਹਾਲਾਤ ਚ ਗੁਜ਼ਰਨੇ ਆ। ਸੋ ਜਿਹੜੇ ਸੁਣਨ ਪਏ ਨੇ, try to shift yourself, try to shift your focus। ਬਾਬਲਾ ਕਰਨਾ, ਰੋਣਾ ਕਰਵਾਉਣਾ ਅੱਛੀ ਗੱਲ ਹੈ, ਲੇਕਿਨ ਹਰ ਵੇਲੇ ਰੋਣਾ ਕਰਵਾਉਣਾ ਜਿਹੜਾ ਨਾ ਖੁਦਾ ਨੂੰ ਪਸੰਦ ਨਹੀਂ। Okay, so change your shift and gear। Thank you Pastor J ਇਸ ਰਿਫਲੈਕਸ਼ਨ ਲਈ। ਮੈਂ ਧੰਨਵਾਦ ਕਰਦੀ ਹਾਂ ਜਿਹੜੇ ਇਸ ਪ੍ਰੋਗਰਾਮ ਵਿੱਚ ਸਾਡੇ ਨਾਲ ਅੱਜ ਸ਼ਾਮਿਲ ਹੋਇਆ। ਅਸੀਂ ਕੱਲ ਐਪੀਸੋਡ ਸਕਿਪ ਕਰਾਂਗੇ ਕਿਉਂਕਿ ਜਿਸ ਤਰ੍ਹਾਂ ਤੁਸੀਂ ਜਾਣਦੇ ਆ ਕਿ ਕੱਲ ਐਸ਼ ਵੈਨਸਡੇ ਆ। ਐਸ਼ ਵੈਨਸਡੇ ਦਾ ਜੋ ਲੈਂਟ ਸਰਵਿਸ ਆ ਉਹ ਆਨਲਾਈਨ ਚਰਚ ਪੇਜ ਤੇ ਲਾਈਵ ਹੋਏਗਾ। ਐਂਡ ਫਿਰ ਪਰਸਨ ਅਸੀਂ ਇਸੇ ਤਰ੍ਹਾਂ ਤੁਹਾਡੇ ਨਾਲ ਸਾਰੇ ਨਾਲ ਮਿਲ ਕੇ ਆਸਦ ਦੇ ਜ਼ਬੂਰਾਂ ਦੀ ਸਟੱਡੀ ਕਰਾਂਗੇ। ਥੈਂਕ ਯੂ। Thank you। ਨਮਸਤੇ ਜੀ।